ਦੇਸ਼ ਵਿਦੇਸ਼ਾਂ ਦੇ ਵਿੱਚ ਈਵਨ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ ਪ੍ਰੋਗਰਾਮ ਖੋਜ ਦਰਪਣ ਸਾਂਝ ਵਿਚਾਰਾਂ ਦੇ ਵਿੱਚ। ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਮਾਜ ਅਤੇ ਧਰਮ ਨਾਲ ਜੁੜੀਆਂ ਹੋਈਆਂ ਉਹ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਦੇ ਹਾਂ ਜਿਨ੍ਹਾਂ ਨੇ ਵੱਡਮੁੱਲਾ ਖੋਜ-ਕਾਜ ਕਰਕੇ ਸਮਾਜ ਨੂੰ ਇੱਕ ਸੇਧ ਦੇਣ ਦਾ ਬੀੜਾ ਚੁੱਕਿਆ ਹੈ। ਜੀ ਹਾਂ ਦੋਸਤੋ, ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਿਹਾ ਹਾਂ ਸਾਡੇ ਅਤੀ ਸਤਿਕਾਰਯੋਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਭਾਸ਼ਾ ਵਿਗਿਆਨ ਅਤੇ ਕੋਸ਼ਕਾਰੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਜੋਗਾ ਸਿੰਘ ਜੀ, ਜਿਨ੍ਹਾਂ ਨੇ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਭਾਸ਼ਾ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ ਹੈ ਅਤੇ ਨਾਲ ਹੀ ਅੱਜ ਦੇ ਯੁੱਗ ਵਿੱਚ ਭਾਸ਼ਾ ਦੀ ਕੀ ਮਹੱਤਤਾ ਹੈ, ਕਿਵੇਂ ਅੱਜ ਦੇ ਯੁੱਗ ਵਿੱਚ, ਅੱਜ ਦੇ ਗਲੋਬਲ ਯੁੱਗ ਦੇ ਵਿੱਚ ਮਨੁੱਖ ਆਪਣੀ ਮਾਂ ਬੋਲੀ ਦੇ ਵਿੱਚ ਉੱਨਤੀ, ਤਰੱਕੀ ਅਤੇ ਵਿਕਾਸ ਕਰ ਸਕਦਾ ਹੈ। ਇਸ ਮਾਂ ਬੋਲੀ ਦੇ ਇਸ ਖਾਸ ਐਪੀਸੋਡ ਦੇ ਵਿੱਚ ਤੁਹਾਡੀ ਮੁਲਾਕਾਤ ਵੀ ਹੋਵੇਗੀ ਅਤੇ ਇੱਕ ਨਹੀਂ ਅਨੇਕਾਂ ਸਵਾਲ ਡਾਕਟਰ ਸਾਹਿਬ ਤੋਂ ਪੁੱਛੇ ਜਾਣਗੇ ਤਾਂ ਜੋ ਅਸੀਂ ਇੱਕ ਅੱਛੇ ਸਮਾਜ ਦੇ ਨਾਗਰਿਕ ਬਣ ਸਕੀਏ। ਤੇ ਆਓ ਗੱਲਬਾਤ ਦਾ ਸਿਲਸਿਲਾ ਅੱਗੇ ਤੋੜਦੇ ਹਾਂ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ। ਜੀ ਆਇਆਂ ਕਹਿੰਦੇ ਤਾਂ ਸਭ ਤੋਂ ਪਹਿਲੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਜੇਕਰ ਦੇਖਿਆ ਜਾਵੇ ਪੰਜਾਬੀ ਬੋਲੀ ਦੀ ਗੱਲ ਕੀਤੀ ਜਾਵੇ, ਭਾਸ਼ਾ ਦੀ ਗੱਲ ਕੀਤੀ ਜਾਵੇ, ਇਹ ਕਿਹਾ ਜਾ ਰਿਹਾ ਇਹਦੇ ਯੁੱਗ ਵਿੱਚ ਮਨੁੱਖਾਂ ਦੇ ਵੱਲੋਂ ਹੀ, ਵਿਦਵਾਨਾਂ ਵੱਲੋਂ ਵੀ, ਜੋ ਇਨਸਾਨ ਆਪਣੀ ਜ਼ੁਬਾਨ ਦੇ ਵਿੱਚ ਆਪਣੀ ਭਾਸ਼ਾ ਵਿੱਚ ਤਰੱਕੀ ਕਰ ਸਕਦਾ ਹੋਰ ਕਿਸੇ ਭਾਸ਼ਾ 'ਚ ਤਰੱਕੀ ਨਹੀਂ ਕਰ ਸਕਦਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਹੁਤ ਬਹੁਤ ਧੰਨਵਾਦ ਹਨੂਮੰਤ ਜੀ। ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਤੁਸੀਂ ਮੈਨੂੰ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਵਾਸਤੇ। ਔਰ ਜਿਵੇਂ ਤੁਸੀਂ ਗੱਲ ਸ਼ੁਰੂ ਹੀ ਠੀਕ ਕੀਤੀ ਹੈ ਕਿ ਮਾਂ ਬੋਲੀ ਤੋਂ ਬਗੈਰ ਕਿਸੇ ਤਰ੍ਹਾਂ ਦਾ ਵਿਕਾਸ ਚੰਗੀ ਤਰ੍ਹਾਂ ਸੰਭਵ ਨਹੀਂ ਬਿਲਕੁਲ। ਉਹਦੀ ਵਜ੍ਹਾ ਕੀ ਹੈ? ਜੇ ਆਪਾਂ ਸਰਲ ਜੀ ਗੱਲ ਹੀ ਲਈਏ ਕਿ ਬੱਚਾ ਪੈਦਾ ਹੁੰਦਾ ਹੀ ਆਪਣੇ ਮਾਂ ਪਿਓ ਨਾਲ ਗੱਲ ਕਰਦਾ ਹੈ, ਆਲੇ ਦੁਆਲੇ ਨਾਲ ਜੁੜਦਾ ਹੈ, ਜਾਂ ਜੋ ਵੀ ਉਹ ਜਾਣਕਾਰੀ ਹਾਸਲ ਕਰਦਾ ਹੈ, ਜੋ ਵੀ ਉਹਦੇ ਦਿਮਾਗ ਦੇ ਵਿੱਚ ਗਿਆਨ ਜਾਣਾ ਹੈ, ਉਹ ਸਾਰਾ ਭਾਸ਼ਾ ਦੇ ਰਾਹੀਂ। ਔਰ ਮਾਂ ਬੋਲੀ ਉਹ ਆਪਣੇ ਆਲੇ ਦੁਆਲੇ 'ਚੋਂ ਸਹਿਜ ਰੂਪ 'ਚ ਆਪਣੇ ਆਪ ਹੀ ਸਿੱਖ ਲੈਂਦਾ। ਇਸ ਕਰਕੇ ਜੋ ਵੀ ਉਹਨੂੰ ਗਿਆਨ ਜਾਂ ਜੋ ਜਾਣਕਾਰੀ ਅਸੀਂ ਉਹਦੀ ਆਪਣੀ ਮਾਂ ਬੋਲੀ 'ਚ ਦੇਵਾਂਗੇ, ਬੱਚਾ ਉਹਨੂੰ ਬੜੀ ਛੇਤੀ ਗ੍ਰਹਿਣ ਕਰ ਲਏਗਾ। ਜਿਵੇਂ ਕਿ 4 ਸਾਲ ਦਾ ਬੱਚਾ ਜਦੋਂ 4 ਜਾਂ ਉਸ ਤੋਂ ਪਹਿਲਾਂ ਵੀ ਹੁਣ ਤਾਂ ਜਾਣ ਲੱਗ ਗਏ ਨੇ ਬੱਚੇ, ਸਕੂਲ ਜਾਂਦਾ ਹੈ, ਤਾਂ ਜੇ ਅਸੀਂ ਉਹਨੂੰ ਸਕੂਲ ਦੇ ਵਿੱਚ ਉਹਨੂੰ ਜਾਣਕਾਰੀ ਦੇਣੀ ਹੈ, ਪੜ੍ਹਾਈ ਕਰਾਉਣੀ ਹੈ, ਸਿੱਖਿਆ ਦੇਣੀ ਹੈ, ਤਾਂ ਜੇ ਉਹ ਪਹਿਲਾਂ ਹੀ ਜਿਹੜੀ ਭਾਸ਼ਾ ਜਾਣਦਾ ਹੈ ਉਹ ਸਿੱਖਿਆ ਆਪਾਂ ਨੂੰ ਉਸ ਭਾਸ਼ਾ 'ਚ ਦੇਵਾਂਗੇ ਤਾਂ ਬੱਚਾ ਬੜੀ ਛੇਤੀ ਗ੍ਰਹਿਣ ਕਰ ਲਏਗਾ। ਜੇ ਆਪਾਂ ਕੋਈ ਐਸੀ ਭਾਸ਼ਾ ਦੇ ਵਿੱਚ ਉਹਨੂੰ ਸਿੱਖਿਆ ਦੇਵਾਂਗੇ ਜਿਹੜਾ ਉਹ ਸਮਝਦਾ ਵੀ ਨਹੀਂ, ਤਾਂ ਬੱਚੇ ਨੂੰ ਹੋਰ ਬਹੁਤ ਲੰਬਾ ਸਮਾਂ ਲੱਗੇਗਾ। ਮਾਂ ਬੋਲੀ ਤਾਂ ਬੱਚਾ 4 ਸਾਲ 'ਚ ਬਹੁਤ ਸਿੱਖ ਜਾਂਦਾ, ਲੇਕਿਨ ਦੂਜੀ ਭਾਸ਼ਾ ਉਹਨੂੰ ਸਿੱਖਣ 'ਚ ਬਹੁਤ ਟਾਈਮ ਲੱਗਦਾ ਹੈ, ਕਿਉਂਕਿ ਉਸ ਢੰਗ ਦੇ ਨਾਲ ਦੂਜੀ ਭਾਸ਼ਾ ਦਾ ਉਹਨੂੰ ਮਿਲਦਾ ਹੀ ਨਹੀਂ ਹੈ। ਉਹ ਥੋੜ੍ਹੀ ਜਿਹੀ ਉਹਨੂੰ ਸਕੂਲ ਦੇ ਵਿੱਚ ਥੋੜ੍ਹਾ ਚਿਰ ਲਈ ਬੋਲੇਗਾ ਜਾਂ ਸੁਣੇਗਾ, ਤਾਂ ਇਸ ਤਰ੍ਹਾਂ ਉਹਦੀ ਮੁਹਾਰਤ ਦੇ ਵਿੱਚ ਬਹੁਤ ਲੰਬਾ ਟਾਈਮ ਲੱਗਦਾ ਹੈ ਕਿ ਉਹ ਦੂਜੀ ਭਾਸ਼ਾ ਦੇ ਵਿੱਚ ਇੰਨੀ ਮੁਹਾਰਤ ਕਰ ਸਕੇ ਕਿ ਫਿਰ ਉਹ ਗਿਆਨ ਹਾਸਲ ਕਰ ਸਕੇ। ਤਾਂ ਇਸ ਕਰਕੇ ਮਾਂ ਬੋਲੀ ਔਰ ਹੋਰ ਦੂਜੇ ਪੱਖ ਨੇ, ਇਹਦਾ ਸਿੱਖਿਆ ਦਾ ਪੱਖ ਹੋ ਗਿਆ। ਜੇ ਇਤਿਹਾਸ ਨਾਲ, ਵਿਰਸੇ ਨਾਲ, ਸੱਭਿਆਚਾਰ ਨਾਲ ਜੁੜਨ ਦੀ ਸਵਾਲ ਹੈ, ਆਪਣੇ ਆਲੇ ਦੁਆਲੇ ਜੁੜਨ ਦਾ ਸਵਾਲ ਹੈ, ਤੁਸੀਂ ਗਿਆਨ ਹਾਸਲ ਕਰ ਵੀ ਲਿਆ, ਫਿਰ ਤੁਸੀਂ ਆਪਣੇ ਲੋਕਾਂ ਨੂੰ ਗਿਆਨ ਦੇਣਾ ਜਾਂ ਜੁੜਨਾ ਜਾਂ ਸੇਵਾਵਾਂ ਦੇਣੀਆਂ ਨੇ। ਜੇ ਤੁਸੀਂ ਉਹ ਆਪਣੇ ਲੋਕਾਂ ਦੀ ਭਾਸ਼ਾ ਹੀ ਨਹੀਂ ਜਾਣਦੇ ਤਾਂ ਤੁਸੀਂ ਉਹਨਾਂ ਦੇ ਨਾਲ ਆਦਾਨ ਪ੍ਰਦਾਨ ਹੀ ਸੰਭਵ ਨਹੀਂ ਹੈ। ਤਾਂ ਇਸ ਕਰਕੇ ਜੀਵਨ ਦੇ ਆਪਾਂ ਕਿਸੇ ਵੀ ਪੱਖ ਨੂੰ ਲੈ ਲਈਏ ਤਾਂ ਮਾਂ ਬੋਲੀ ਤੋਂ ਬਗੈਰ ਵਿਕਾਸ ਜਿਹੜਾ ਸੰਭਵ ਨਹੀਂ ਹੈ। ਡਾਕਟਰ ਸਾਹਿਬ, ਤੁਸੀਂ ਕਾਫੀ ਚਿਰ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮਾਂ ਬੋਲੀ ਪ੍ਰਤੀ ਸੇਵਾ ਕਰ ਰਹੇ ਹੋ। ਦੇਸ਼ ਵਿਦੇਸ਼ਾਂ ਵਿੱਚ ਤੁਹਾਡੇ ਕਾਫੀ ਪੇਪਰ ਵੀ ਪ੍ਰਕਾਸ਼ਿਤ ਹੋ ਚੁੱਕੇ ਨੇ, ਸੈਮੀਨਾਰਾਂ ਤੇ ਬਕਾਇਦਾ ਤੁਸੀਂ ਮਾਂ ਬੋਲੀ ਦਾ ਹੋਕਾ ਦੇ ਰਹੇ ਹੋ। ਤੁਸੀਂ ਹੁਣੀ ਆਖਿਆ ਸੀਗਾ ਵੀ ਜਿਹੜਾ ਆਪਣੀ ਬੋਲੀ 'ਚ ਗੱਲ ਕਰੇਗਾ ਬੱਚਾ ਜ਼ਿਆਦਾ ਤਰੱਕੀ ਕਰਦਾ, ਪਰੰਤੂ ਅਸੀਂ ਜੇਕਰ ਸ਼ਹਿਰਾਂ ਦੀ ਗੱਲ ਕਰੀਏ, ਦੇਸ਼ਾਂ ਦੀ ਗੱਲ ਕਰੀਏ, ਰਾਜਾਂ ਦੀ ਗੱਲ ਕਰੀਏ, ਹਰ ਰਾਜ, ਹਰ ਦੇਸ਼ ਆਪਣੀ ਬੋਲੀ ਨੂੰ ਪ੍ਰਫੁੱਲਤ ਕਰਨ ਵਾਸਤੇ ਬਹੁਤ ਕੁਝ ਕੀਤਾ ਜਾਂਦਾ ਹੈ, ਪਰੰਤੂ ਪੰਜਾਬ ਦੇ ਵਿੱਚ ਇੱਕ ਨਹੀਂ ਅਨੇਕਾਂ ਭਾਸ਼ਾਵਾਂ ਦਾ ਆਦਾਨ ਪ੍ਰਦਾਨ ਕੀਤਾ ਜਾ ਰਿਹਾ ਹੈ। ਉੱਥੇ ਮਾਂ ਬੋਲੀ ਕੀ ਸਥਾਨ ਰੱਖਦੀ ਹੈ? ਬਹੁਤ ਵਧੀਆ ਸਵਾਲ ਹੈ ਤੁਹਾਡਾ। ਵੇਖਿਆ ਤੇ ਜਾਏ ਤਾਂ ਸਾਰੇ ਹਿੰਦੁਸਤਾਨ ਦੀ ਹਾਲਤ ਹੀ ਲਗਭਗ ਪੰਜਾਬ ਵਰਗੀ ਹੈ ਕਿ ਕੀ ਹੋ ਰਿਹਾ ਪੰਜਾਬ ਦੇ ਵਿੱਚ। ਜੇ ਅਸੀਂ ਸਭ ਤੋਂ ਮਹੱਤਵਪੂਰਨ ਖੇਤਰ ਭਾਸ਼ਾ ਲਈ, ਸਮਾਜ ਲਈ, ਆਰਥਿਕ ਵਿਕਾਸ ਲਈ, ਬੱਚੇ ਦੇ ਵਿਕਾਸ ਲਈ, ਜੇ ਸਭ ਤੋਂ ਕੋਈ ਮਹੱਤਵਪੂਰਨ ਖੇਤਰ ਅੱਜ ਦੇ ਯੁੱਗ ਵਿੱਚ ਸਮਝਿਆ ਤਾਂ ਉਹ ਸਿੱਖਿਆ ਦਾ ਖੇਤਰ ਹੈ। ਬਿਲਕੁਲ, ਕਿਉਂਕਿ ਜਿਹੜਾ ਦੇਸ਼ ਸਿੱਖਿਆ 'ਚ ਨਹੀਂ ਕਾਮਯਾਬੀ ਹਾਸਲ ਕਰ ਸਕਦਾ, ਉਹ ਵਿਗਿਆਨ, ਤਕਨੀਕ, ਕਿਸੇ ਖੇਤਰ 'ਚ ਵੀ ਕਾਮਯਾਬੀ ਹਾਸਲ ਨਹੀਂ ਕਰ ਸਕਦਾ। ਤਾਂ ਸਿੱਖਿਆ ਦੇ ਖੇਤਰ 'ਚ ਅਸੀਂ ਕੀ ਕਰ ਰਹੇ ਹਾਂ? ਸਾਡੇ ਕੋਲ 2 ਤਰ੍ਹਾਂ ਦੀਆਂ ਧਾਰਾਵਾਂ ਚੱਲ ਰਹੀਆਂ ਨੇ। ਇੱਕ ਸਾਡੇ ਕੋਲ ਮਾਂ ਬੋਲੀ ਮਾਧਿਅਮ ਸਕੂਲ ਨੇ, ਜਿਹੜੇ ਸਰਕਾਰੀ ਸਕੂਲ ਨੇ ਜਾਂ ਕੁਝ ਪ੍ਰਾਈਵੇਟ ਸਕੂਲ ਵੀ ਨੇ। ਦੂਜੇ ਸਾਡੇ ਕੋਲ ਜਿਹੜੇ ਨੇ ਅੰਗਰੇਜ਼ੀ ਮਾਧਿਅਮ ਸਕੂਲ ਨੇ। ਔਰ ਜਿਹੜੀ ਸਾਡੀ ਵਿਗਿਆਨ ਦੀ ਸਿੱਖਿਆ ਹੈ ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ, ਉਹ ਹਮੇਸ਼ਾ ਹੀ ਅੰਗਰੇਜ਼ੀ ਦੇ ਵਿੱਚ ਦਿੱਤੀ ਜਾਂਦੀ ਰਹੀ ਹੈ। ਹੁਣ ਸਵਾਲ ਇਹ ਹੈ ਕਿ ਇਹ ਕਿਉਂ ਹੋ ਰਿਹਾ ਹੈ? ਇਹ ਇਸ ਲਈ ਹੋ ਰਿਹਾ, ਇਹ ਦੋਵੇਂ ਗੱਲਾਂ ਤਾਂ ਠੀਕ ਨਹੀਂ ਹੋ ਸਕਦੀਆਂ।
ਵੀ ਪੰਜਾਬੀ ਮਾਧਿਅਮ 'ਚ ਵੀ ਪੜਾਇਆ ਜਾ ਰਿਹਾ, ਅੰਗਰੇਜ਼ੀ ਵੀ, ਦੋਵਾਂ 'ਚੋਂ ਇੱਕ ਹੀ ਠੀਕ ਹੋ ਸਕਦਾ ਹੈ, ਇੱਕ ਹੀ ਠੀਕ ਹੋ ਸਕਦਾ ਹੈ। ਹੁਣ ਸਵਾਲ ਇਹ ਆ ਕਿ ਇਹ ਕਿਵੇਂ ਪਤਾ ਲਾਇਆ ਜਾਏ ਕਿ ਇਹਨਾਂ ਦੋਵਾਂ 'ਚੋਂ ਠੀਕ ਗੱਲ ਕਿਹੜੀ ਹੈ। ਕੀ ਅੰਗਰੇਜ਼ੀ 'ਚ ਪੜਾਉਣ ਨਾਲ ਵਿਗਿਆਨ ਦੀ ਤਰੱਕੀ ਹੋ ਸਕਦੀ ਹੈ, ਜਾਂ ਬੱਚੇ ਦਾ ਸਿੱਖਿਆ ਦਾ ਵਿਕਾਸ ਬਿਹਤਰ ਹੋ ਸਕਦਾ ਹੈ, ਜਾਂ ਆਪਣੀ ਮਾਂ ਬੋਲੀ ਜਾਂ ਪੰਜਾਬੀ 'ਚ ਪੜਾਉ, ਜਿਹੜੀ ਸਾਡੀ ਮਾਂ ਬੋਲੀ ਪੰਜਾਬੀ, ਉਹਦੇ 'ਚ ਪੜਾਉਣ ਨਾਲ ਹੋ ਸਕਦੀ ਹੈ। ਤੋ ਜੇ ਇਸ ਦਵੰਦ 'ਚੋਂ ਨਿਕਲਣ ਵਾਸਤੇ, ਇਸ ਜਿਹੜਾ ਉਲਝਣ 'ਚੋਂ ਨਿਕਲਣ ਵਾਸਤੇ ਇੱਕ ਸੌਖਾ ਤਰੀਕਾ ਆ ਕਿ ਅਸੀਂ ਜੋ ਦੁਨੀਆ ਦੇ ਵਿੱਚ ਵਿਹਾਰ ਹੋ ਰਿਹਾ ਜਾਂ ਜੋ ਦੁਨੀਆ ਦੇ ਵਿੱਚ ਖੋਜਾਂ ਹੋਈਆਂ ਨੇ ਇਸ ਮਾਮਲੇ ਦੇ ਉੱਤੇ, ਉਹਨਾਂ ਦੇ ਨਤੀਜੇ ਕੀ ਨੇ, ਬਿਲਕੁਲ ਉਹਨਾਂ ਤੋਂ ਅਸੀਂ ਫਿਰ ਹਿਸਾਬ ਲਾ ਸਕਦੇ ਹਾਂ ਵੀ ਦੋਵਾਂ 'ਚੋਂ ਸੇਧ ਲੈ ਸਕਦੇ ਹਾਂ ਵੀ ਉਹ ਠੀਕ ਹੀ ਹੈ, ਇਹਨਾਂ ਦੂਜਿਆਂ ਠੀਕ ਹੀ ਹੈ। ਹੁਣ ਜੇ ਅਸੀਂ ਇਸ ਗੱਲ ਵੱਲ ਵੇਖੀਏ ਤੇ ਜਿੱਥੇ ਵੀ ਖੋਜ ਹੋਈ ਹੈ ਜਾਂ ਜਿਹੜੇ ਵੀ ਕਾਮਯਾਬ ਮੁਲਕ ਨੇ ਸਿੱਖਿਆ ਦੇ ਵਿੱਚ, ਵਿਗਿਆਨ ਦੇ ਤਕਨੀਕ ਦੇ ਵਿੱਚ, ਖੋਜ ਵੀ ਇਹ ਦੱਸਦੀ ਹੈ ਕਿ ਜਿਹੜਾ ਬੱਚਾ ਮਾਂ ਬੋਲੀ 'ਚ ਹੀ ਕਾਮਯਾਬੀ ਨਾਲ ਸਿੱਖਿਆ ਦਿੱਤੀ ਜਾ ਸਕਦੀ ਹੈ, ਦੂਜੀ ਭਾਸ਼ਾ 'ਚ ਨਹੀਂ ਦਿੱਤੀ ਜਾ ਸਕਦੀ। ਔਰ ਜਿਹੜੇ ਦੇਸ਼ਾਂ ਨੇ ਵਿਕਾਸ ਦੇ ਵਿੱਚ ਤਰੱਕੀ ਕੀਤੀ ਹੈ, ਸਿੱਖਿਆ ਦੇ ਵਿੱਚ, ਆਰਥਿਕਤਾ ਦੇ ਵਿੱਚ, ਹਰ ਤਰ੍ਹਾਂ ਦੇ ਵਿਕਾਸ ਵਿੱਚ, ਉਹਨਾਂ ਵੀ ਆਪਣੀ ਮਾਂ ਬੋਲੀ ਨਾਲ ਹੀ ਕੀਤੀ ਹੈ। ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਏਗੀ ਕਿ ਪਿਛਲੇ 10 ਸਾਲ ਤੋਂ ਦੁਨੀਆ ਦੇ ਵਿੱਚ ਜਿਹੜੇ ਸਿਖਰ ਦੇ 10 ਦੇਸ਼ ਨੇ ਸਕੂਲ ਪੱਧਰ ਤੇ ਵਿਗਿਆਨ ਦੀ ਪੜ੍ਹਾਈ ਵਿੱਚ, ਉਹਨਾਂ 'ਚੋਂ ਇੱਕ ਅੱਧਾ ਹੀ ਦੇਸ਼ ਹੈ ਜਿਹੜਾ ਅੰਗਰੇਜ਼ੀ 'ਚ ਪੜ੍ਹਾਉਂਦਾ ਹੈ। ਉਹ ਵੀ ਉਹ ਦੇਸ਼ ਨੇ ਅੰਗਰੇਜ਼ੀ ਜਿਨ੍ਹਾਂ ਦੀ ਮਾਂ ਬੋਲੀ ਅੰਗਰੇਜ਼ੀ ਹੈ, ਉਹਨਾਂ ਲਈ ਤਾਂ ਅੰਗਰੇਜ਼ੀ ਵੀ ਮਾਂ ਬੋਲੀ ਹੈ। ਡਾਕਟਰ ਸਾਹਿਬ ਤੁਹਾਨੂੰ ਮੈਂ ਥੋੜ੍ਹੇ ਇੱਥੇ ਰੁਕਣਾ ਚਾਹਾਂਗਾ, ਤੁਸੀਂ ਅੰਗਰੇਜ਼ੀ ਦੀ ਗੱਲ ਕੀਤੀ ਹੈ, ਪਰੰਤੂ ਜੇਕਰ ਆਪਾਂ ਪੰਜਾਬ ਦੇ ਖਿੱਤੇ ਦੀ ਗੱਲ ਕਰੀਏ, ਅੱਜ ਦੇ ਪੰਜਾਬ ਦੇ ਖਿੱਤੇ ਦੇ ਜਿਹੜੇ ਨੁਮਾਇੰਦੇ ਨੇ, ਬਸ਼ਿੰਦੇ ਨੇ, ਲੋਕ ਨੇ, ਉਹ ਵੀ ਆਪਣੇ ਬੱਚਿਆਂ ਨੂੰ ਉਹਨਾਂ ਸਕੂਲਾਂ 'ਚ ਪੜ੍ਹਾਉਣਾ ਚਾਹੁੰਦੇ ਨੇ, ਬੱਚਿਆਂ ਨੂੰ ਜਿਨ੍ਹਾਂ ਸਕੂਲਾਂ 'ਚ ਅੰਗਰੇਜ਼ੀ ਹੈ, ਅੰਗਰੇਜ਼ੀ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਉੱਥੇ ਇਹ ਨਹੀਂ ਸੋਚਿਆ ਜਾ ਰਿਹਾ ਕਿ ਸਾਡਾ ਬੱਚਾ ਮਾਂ ਬੋਲੀ ਤੋਂ ਟੁੱਟ ਕੇ ਅੰਗਰੇਜ਼ੀ 'ਚ ਕਿਵੇਂ ਤਰੱਕੀ ਕਰੇਗਾ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਇਹ ਸਾਰੇ ਭਰਮ ਨੇ, ਜਿਵੇਂ ਮੈਂ ਕੱਲ ਕਿਹਾ ਕਿ ਇੱਕ ਤਰ੍ਹਾਂ ਭਰਮ ਨੇ, ਔਰ ਇਸ 'ਚ ਇਹਨਾਂ ਭਰਮਾਂ 'ਚੋਂ ਕਿਵੇਂ ਨਿਕਲਿਆ ਜਾਏ, ਠੀਕ ਨੇ ਜਾਂ ਗਲਤ ਨੇ, ਉਹਦਾ ਇੱਕ ਤਰੀਕਾ ਇਹ ਹੀ ਹੈ ਕਿ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਵੇਖੀਏ ਕਿ ਕਿਹੜੇ ਦੇਸ਼ ਸਿੱਖਿਆ ਦੇ ਵਿੱਚ ਤਰੱਕੀ ਕਰ ਰਹੇ ਨੇ, ਸਿੱਖਿਆ ਦੇ ਵਿੱਚ ਕਿਹੜੇ ਦੇਸ਼ ਅੱਗੇ ਨੇ। ਜੇ ਆਪਾਂ ਸਕੂਲ ਪੱਧਰ ਦੀ ਗੱਲ ਕਰੀਏ ਤਾਂ ਪਿਛਲੇ 10 ਸਾਲ ਤੋਂ ਇੱਕ ਸੰਸਥਾ ਆ, ਪੀਸਾ ਉਹਨੂੰ ਕਹਿੰਦੇ ਨੇ, ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟ ਅਸੈਸਮੈਂਟ, ਹਰ 3 ਸਾਲ ਬਾਅਦ ਉਹ ਦੁਨੀਆ ਦੇ ਸਕੂਲਾਂ ਦਾ ਨਿਰੀਖਣ ਕਰਦੇ ਨੇ ਕਿ ਕਿਹੜੇ ਦੇਸ਼ ਦੇ ਵਿੱਚ ਵਿਗਿਆਨ ਦੀ ਪੜ੍ਹਾਈ ਅੱਛੀ ਹੋ ਰਹੀ ਹੈ, ਫਿਜ਼ਿਕਸ, ਕੈਮਿਸਟਰੀ, ਮੈਥਮੈਟਿਕਸ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਤੇ ਗਣਿਤ, ਔਰ ਨਾਲ ਜਿਹੜੀ ਹੈ ਰੀਡਿੰਗ। ਤੋ 3 ਸਾਲ ਬਾਅਦ ਇਹ ਹਰ ਵਾਰੀ ਨਿਰੀਖਣ ਹੁੰਦਾ ਹੈ, ਔਰ ਪਿਛਲੇ 10 ਸਾਲ ਲਗਭਗ 12 ਸਾਲਾਂ 4 ਵਾਰੀ ਇਹ ਨਿਰੀਖਣ ਹੋ ਚੁੱਕਾ ਹੈ। ਹਰ ਵਾਰੀ ਇਹ ਨਤੀਜਾ ਸਾਹਮਣੇ ਆਉਂਦਾ ਹੈ ਕਿ ਜਿਹੜੇ ਸਿਖਰ ਦੇ 10 ਦੇਸ਼ ਨੇ, ਸਿਖਰ ਦੇ 10 ਦੇਸ਼ਾਂ ਦੇ ਵਿੱਚੋਂ ਇੱਕ ਅੱਧਾ ਦੇਸ਼ ਹੈ ਜਿਹੜਾ ਅੰਗਰੇਜ਼ੀ 'ਚ ਪੜ੍ਹਾਉਂਦਾ, ਬਾਕੀ ਸਾਰੇ ਦੇਸ਼ ਨੇ ਜਿਹੜੇ ਅੰਗਰੇਜ਼ੀ ਨਹੀਂ ਪੜ੍ਹਾਉਂਦੇ ਜਾਂ ਆਪਣੀਆਂ ਮਾਂ ਬੋਲੀਆਂ 'ਚ ਪੜ੍ਹਾ ਰਹੇ ਨੇ। ਇਹ ਦੇਸ਼ ਨੇ ਚੀਨ ਹੈ, ਜਾਪਾਨ ਹੈ, ਹਾਂਗਕਾਂਗ ਹੈ। ਉਸ ਦੇ ਮੁਕਾਬਲੇ ਜੇ ਅਸੀਂ ਆਪਣੇ ਦੇਸ਼ ਨੂੰ ਵੇਖ ਲਈਏ ਕਿ ਅਸੀਂ ਜਿਹੜੇ ਨਹੀਂ ਆਪਣੀ ਮਾਂ ਬੋਲੀ 'ਚ ਪੜ੍ਹਾ ਰਹੇ, ਸਾਡੀ ਜਿਹੜੀ ਮਾਂ ਬੋਲੀ ਦੇ ਸਕੂਲ ਨੇ ਉਹਨਾਂ 'ਚੋਂ ਪੜ੍ਹਾਈ ਚੰਗੀ ਨਹੀਂ ਹੈ, ਔਰ ਜਿੱਥੇ ਥੋੜ੍ਹੀ ਪੜ੍ਹਾਈ ਹੁੰਦੀ ਹੈ ਉਹ ਸਾਡੇ ਮਾਂ ਬੋਲੀ ਮਾਧਿਅਮ ਨਹੀਂ ਹੈ। ਤਾਂ ਸਾਡੀ ਸਥਿਤੀ ਕੀ ਹੈ, ਇਹ ਵੇਖਣ ਦੀ ਲੋੜ ਹੈ। ਕੁਝ ਸਾਲ ਪਹਿਲਾਂ ਹਿੰਦੁਸਤਾਨ ਦੇ ਸਕੂਲਾਂ ਦਾ ਵੀ ਪੀਸਾ ਵਾਲਿਆਂ ਨੇ ਨਿਰੀਖਣ ਕੀਤਾ। 74 ਦੇਸ਼ਾਂ ਵਿੱਚੋਂ ਸਾਡਾ ਨੰਬਰ 73ਵਾਂ ਆਇਆ ਸੀ। ਉਸ ਤੋਂ ਬਾਅਦ ਹਿੰਦੁਸਤਾਨ ਦੀ ਸਰਕਾਰ ਨੇ ਉਹਨਾਂ ਨੂੰ ਇੱਥੇ ਪੜਤਾਲ ਹੀ ਨਹੀਂ ਕਰ ਦਿੱਤੀ, ਇਹ ਕਹਿ ਕੇ ਵੀ ਸਾਡੀ ਇਸ ਨਾਲ ਬਦਨਾਮੀ ਹੁੰਦੀ ਹੈ। ਸਵਾਲ ਤੇ ਆਪਾਂ ਬਦਨਾਮੀ, ਸਾਡੀ ਇੱਜ਼ਤ ਤਾਂ ਬਣੂਗੀ ਜੇ ਆਪਾਂ ਆਪਣੀ ਸਿੱਖਿਆ ਚੰਗੀ ਕਰਾਂਗੇ। ਇੰਜ ਤੇ ਦੁਨੀਆ ਤੋਂ ਅੱਜ ਤੱਕ ਅਸੀਂ ਲੁਕਾ ਕੇ ਤਾਂ ਨਹੀਂ ਕੁਝ ਰੱਖ ਸਕਦੇ। ਸੋ ਇਹ ਨਤੀਜਾ ਸਾਡਾ ਸਕੂਲ ਪੱਧਰ ਦਾ ਸਾਹਮਣੇ ਹੈ। ਜੇ ਆਪਾਂ ਯੂਨੀਵਰਸਿਟੀ ਪੱਧਰ ਤੇ ਉੱਚ ਸਿੱਖਿਆ ਚਲੇ ਜਾਈਏ, ਉੱਚ ਸਿੱਖਿਆ ਦੇ ਵਿੱਚ ਵੀ ਜੇ ਆਪਾਂ ਏਸ਼ੀਆ ਦੀ ਗੱਲ ਕਰੀਏ ਤਾਂ ਏਸ਼ੀਆ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਪਹਿਲੀਆਂ 50 ਯੂਨੀਵਰਸਿਟੀਆਂ ਦੇ ਵਿੱਚ ਹਿੰਦੁਸਤਾਨ ਦੀ ਇੱਕ ਵੀ ਯੂਨੀਵਰਸਿਟੀ ਨਹੀਂ ਸੀ ਆਉਂਦੀ। ਪਿਛਲੇ ਸਾਲ ਹੁਣ ਪੰਜਾਬ ਯੂਨੀਵਰਸਿਟੀ ਦਾ 38ਵਾਂ ਨੰਬਰ ਆਇਆ। ਤੋ ਸਾਰਾ ਏਸ਼ੀਆ ਆਪਣੀਆਂ ਮਾਂ ਬੋਲੀਆਂ 'ਚ ਪੜ੍ਹਾ ਰਿਹਾ ਹੈ, ਚਾਹੇ ਉਹ ਜਾਪਾਨ ਹੋਏ, ਚਾਹੇ ਉਹ ਚੀਨ ਹੋਏ, ਚਾਹੇ ਹਾਂਗਕਾਂਗ ਹੋਏ, ਚਾਹੇ ਕੋਰੀਆ ਹੋਏ, ਚਾਹੇ ਤਾਈਵਾਨ ਹੋਏ। ਤੋ ਸਾਰੇ ਆਪਣੀਆਂ ਮਾਂ ਬੋਲੀਆਂ 'ਚ ਪੜ੍ਹਾ ਰਹੇ ਨੇ। ਉਹ ਸਿੱਖਿਆ 'ਚ ਉਹਨਾਂ ਦੀਆਂ ਯੂਨੀਵਰਸਿਟੀਆਂ ਸਾਥੋਂ ਅੱਗੇ ਨੇ, ਉਹਨਾਂ ਦਾ ਦਰਜਾ ਸਾਥੋਂ ਕਿਧਰੇ ਉੱਚਾ। ਤੋ ਇਸ ਗੱਲ 'ਚ ਤੇ ਕੋਈ ਸ਼ੱਕ ਨਹੀਂ ਰਹਿ ਜਾਣਾ ਚਾਹੀਦਾ ਕਿ ਜਦੋਂ ਜਿਵੇਂ ਦੇ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ। ਜਿਹੜੀ ਗੱਲ ਵਿਹਾਰ ਦੇ ਵਿੱਚ ਸਾਬਤ ਹੋ ਚੁੱਕੀ ਹੈ ਕਿ ਜਿਹੜੇ ਦੇਸ਼ ਮਾਂ ਬੋਲੀ 'ਚ ਪੜ੍ਹਾ ਰਹੇ ਨੇ ਉਹਨਾਂ ਦੀ ਸਕੂਲ ਦੀ ਸਿੱਖਿਆ ਵੀ ਉਹਨਾਂ ਦੇਸ਼ਾਂ ਨਾਲੋਂ ਬਿਹਤਰ ਜਿਹੜੇ ਮਾਂ ਬੋਲੀ 'ਚ ਨਹੀਂ ਪੜ੍ਹਾਉਂਦੇ, ਔਰ ਜਿਹੜੀ ਉਹਨਾਂ ਦੀ ਯੂਨੀਵਰਸਿਟੀ ਉੱਚ ਸਿੱਖਿਆ ਆ, ਕਾਲਜ ਪੱਧਰ ਦੀ, ਯੂਨੀਵਰਸਿਟੀ ਪੱਧਰ ਦੀ, ਉਹਦੇ 'ਚ ਵੀ ਸਿੱਖਿਆ ਚ ਅੱਗੇ ਨੇ। ਉਹਨਾਂ ਦੇ ਜਿਵੇਂ ਤੁਸੀਂ ਆਖਿਆ ਨਤੀਜਾ ਸਾਡੇ ਸਾਹਮਣੇ ਆ ਚੁੱਕਾ ਹੈ। ਜਿਹੜੇ ਦੇਸ਼, ਜਿਹੜੇ ਰਾਜ ਆਪਣੀ ਬੋਲੀ 'ਚ ਗੱਲ ਕਰ ਰਹੇ ਨੇ, ਬੋਲੀ ਨੂੰ ਪ੍ਰਫੁੱਲਤ ਕਰ ਰਹੇ ਨੇ, ਉਹ ਵਿਕਾਸ ਵੱਲ ਜਾ ਰਹੇ ਨੇ। ਪਰੰਤੂ ਫਿਰ ਵੀ ਕਿਤੇ ਨਾ ਕਿਤੇ ਜਦੋਂ ਅਸੀਂ ਆਪਣੇ ਨਤੀਜਿਆਂ ਦੇ ਵੱਲ ਝਾਤ ਮਾਰਦੇ ਹਾਂ, ਜਾਂ ਭਾਰਤ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ, ਇੱਥੇ ਮਾਂ ਬੋਲੀ ਦਾ ਕੀ ਸਥਾਨ ਹੈ? ਪੰਜਾਬ ਰਾਜ ਦੀ ਗੱਲ ਕਰਾਂ ਮੈਂ, ਜਾਣਕਾਰੀ ਦੀ ਘਾਟ ਹੈ ਅਸਲ ਦੇ ਵਿੱਚ। ਜਿਵੇਂ ਆਪਣਾ ਵੇਖਦੇ ਹਾਂ ਕਿ ਦਿਨ ਪ੍ਰਤੀ ਦਿਨ ਬਲਕਿ ਪ੍ਰਚਲਨ ਅੰਗਰੇਜ਼ੀ ਸਕੂਲਾਂ ਦਾ ਵੱਧ ਰਿਹਾ ਹੈ। ਬਿਲਕੁਲ ਜੀ। ਔਰ ਹੁਣ ਉਹਨਾਂ ਦੇ ਨਤੀਜੇ ਵੀ ਸਾਡੇ ਸਾਹਮਣੇ ਆਉਣ
ਲੱਗ ਗਏ ਨੇ। ਇਹ 90 ਤੋਂ ਜ਼ਿਆਦਾ ਪ੍ਰਚਲਨ ਅੰਗਰੇਜ਼ੀ ਮਾਧਿਅਮ ਸਕੂਲਾਂ ਦਾ ਹੋਇਆ ਔਰ ਉਸ ਤੋਂ ਬਾਅਦ ਹੁਣ ਨਤੀਜੇ ਸਾਹਮਣੇ ਆਉਣ ਲੱਗੇ ਨੇ। ਹੁਣ ਥੋੜ੍ਹਾ ਲੋਕ ਇਸ ਗੱਲ ਨੂੰ ਸਵੀਕਾਰ ਵੀ ਕਰਨ ਲੱਗੇ ਨੇ ਵੀ ਇਹ ਅੰਗਰੇਜ਼ੀ ਮਾਧਿਅਮ ਦੇ ਨਾਲ ਨਾ ਤਾਂ ਕੋਈ ਪੜ੍ਹਾਈ ਦਾ ਪੱਧਰ ਪਹਿਲਾਂ ਨਾਲੋਂ ਉੱਚਾ ਹੋਇਆ ਔਰ ਨਾ ਹੀ ਲੋਕਾਂ ਨੂੰ ਕੋਈ ਬਹੁਤੀ ਅੰਗਰੇਜ਼ੀ ਚੰਗੀ ਆਉਣ ਲੱਗੀ ਹੈ। ਤਾਂ ਇਸ ਕਰਕੇ ਇਹ ਸਾਰੇ ਭਰਮ ਨੇ। ਇਸੇ ਕਰਕੇ ਮੈਂ ਇਸ ਗੱਲ ਨੂੰ ਲੈ ਕੇ ਤੁਰਿਆ ਹੋਇਆ ਹਾਂ ਕਿ ਜੋ ਸਾਰੀ ਦੁਨੀਆ ਦੀ ਖੋਜ ਹੈ, ਸਾਰੇ ਦੇਸ਼ਾਂ ਦਾ ਵਿਹਾਰ ਹੈ, ਜਿਨ੍ਹਾਂ ਦੇਸ਼ਾਂ ਤਰੱਕੀ ਕੀਤੀ ਹੈ, ਉਹ ਅੰਕੜੇ ਔਰ ਤੱਥ ਲੋਕਾਂ ਦੇ ਸਾਹਮਣੇ ਲਿਆਂਦੇ ਜਾਣ ਤਾਂ ਕਿ ਅਸੀਂ ਸਹੀ ਨਿਰਣਾ ਕਰ ਸਕੀਏ। ਕਿਉਂਕਿ ਮੇਰੇ ਕਹਿਣ ਨਾਲ ਕੋਈ ਠੀਕ ਜਾਂ ਗਲਤ ਨਹੀਂ ਹੋ ਜਾਂਦਾ ਜਾਂ ਕਿਸੇ ਹੋਰ ਦੇ ਕਹਿਣ ਨਾਲ ਠੀਕ ਗਲਤ ਨਹੀਂ ਹੋ ਜਾਂਦਾ। ਠੀਕ ਗਲਤ ਅਸੀਂ ਨਤੀਜਿਆਂ ਤੋਂ, ਸਬੂਤਾਂ ਤੋਂ, ਤੱਥਾਂ ਤੋਂ, ਅੰਕੜਿਆਂ ਤੋਂ, ਖੋਜ ਤੋਂ ਲੈਂਦੇ ਹਾਂ। तो इस करके ਜਿਹੜੀ ਜਾਣਕਾਰੀ ਦੀ ਘਾਟ ਹੈ ਸਾਡੇ ਬਹੁਤ ਜ਼ਿਆਦਾ ਭਰਮ ਨੇ, ਸਾਡੇ ਨਿਰਮੂਲ ਭਰਮ ਨੇ, ਐਵੇਂ ਭਰਮ ਬਣਾਏ ਹੋਏ ਨੇ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ। तो इस करके जे ਅਸੀਂ ਸਿੱਖਿਆ ਦੇ ਵਿੱਚ ਤਰੱਕੀ ਕਰਨੀ ਚਾਹੁੰਦੇ ਹਾਂ, ਗਿਆਨ ਵਿਗਿਆਨ ਤਰੱਕੀ ਕਰਨੇ, ਆਰਥਿਕ ਵਿਕਾਸ ਤਰੱਕੀ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀਆਂ ਮਾਂ ਬੋਲੀਆਂ ਨੂੰ ਆਪਣੀ ਸਿੱਖਿਆ ਦਾ ਆਧਾਰ ਬਣਾਉਣਾ ਪਏਗਾ। ਡਾਕਟਰ ਸਾਹਿਬ ਜਿੱਥੇ ਆਧਾਰ ਦੀ ਗੱਲ ਕੀਤੀ ਹੈ, ਮਾਂ ਬੋਲੀ ਨੂੰ ਆਧਾਰ ਬਣਾਉਣਾ ਪਵੇਗਾ, ਪਰੰਤੂ ਜਦੋਂ ਅਸੀਂ ਵਿਗਿਆਨ ਦੀ ਗੱਲ ਕਰਦੇ ਹਾਂ, ਗਣਿਤ ਦੀ ਗੱਲ ਕਰਦੇ ਹਾਂ, ਕੁਝ ਇਹੋ ਜਿਹੇ ਸਬਜੈਕਟ ਨੇ ਜਿਹੜੇ ਕਿ ਮਾਂ ਬੋਲੀ 'ਚ ਨਹੀਂ ਪੜ੍ਹਾਏ ਜਾਂਦੇ। ਜਿਵੇਂ ਕਿ ਆਪਾਂ ਸਾਇੰਸ ਨੂੰ ਪੰਜਾਬੀ 'ਚ ਕਿਵੇਂ ਕਨਵਰਟ ਕਰਾਂਗੇ, ਉਹ ਇੰਗਲਿਸ਼ ਭਾਸ਼ਾ ਵੀ ਸਾਡੇ ਸਾਹਮਣੇ ਹੈ। ਕਾਫੀ ਚਿਰ ਤੋਂ ਇੰਗਲਿਸ਼ ਭਾਸ਼ਾ ਦੇ ਵਿੱਚ ਹੀ ਵਿਗਿਆਨ ਪੜ੍ਹਾਇਆ ਜਾ ਰਿਹਾ ਹੈ। ਕੀ ਉਹ ਸਮੱਗਰੀ ਉਪਲਬਧ ਹੈ ਇਸ ਸਮੇਂ? ਇਹ ਤੁਹਾਡਾ ਸਵਾਲ ਬਹੁਤ ਚੰਗਾ ਸਵਾਲ ਹੈ। ਇਹ ਇੱਕ ਬਹੁਤ ਵੱਡਾ ਕਾਰਨ ਹੈ ਜਿਹੜਾ ਸਾਡੇ ਰਾਹ ਦੇ ਵਿੱਚ ਰੁਕਾਵਟ ਬਣਿਆ ਹੋਇਆ ਹੈ ਕਿ ਅਸੀਂ ਵਿਗਿਆਨ ਨੂੰ, ਤਕਨੀਕ ਦੀ ਜਿਹੜੀ ਉੱਚ ਸਿੱਖਿਆ ਹੈ, ਕਿਵੇਂ ਪੰਜਾਬੀ ਤੋਂ ਦੇ ਸਕਾਂਗੇ। ਪਰ ਇਹ ਸਾਡੇ ਭਰਮ ਨੇ। ਜੇ ਆਪਾਂ ਵੇਖੀਏ 1980 ਤੱਕ ਤੇ ਸਾਰੇ ਪੰਜਾਬ ਦੇ ਵਿੱਚ 2-4 ਸਕੂਲਾਂ ਨੂੰ ਛੱਡ ਕੇ ਜਿਹੜੀ ਸਾਰੀ ਪੜ੍ਹਾਈ ਸਾਡੀ ਪੰਜਾਬੀ ਮਾਧਿਅਮ 'ਚ ਹੁੰਦੀ ਸੀ। तो 80 ਤੋਂ ਬਾਅਦ ਕੋਈ ਵਿਗਿਆਨ ਇੱਕਦਮ ਇੰਨੀ ਤਰੱਕੀ ਤੇ ਨਹੀਂ ਕਰ ਗਿਆ, ਕੋਈ ਨਵਾਂ ਇੰਨਾ ਜ਼ਿਆਦਾ ਕੁਝ ਆ ਗਿਆ ਕਿ ਪਿਛਲਾ ਹੁਣ ਅਸੀਂ ਪੜ੍ਹਾਉਣਾ ਹੀ ਨਹੀਂ ਹੈ। 80 ਤੱਕ ਸਾਰੀ ਪੜ੍ਹਾਈ ਆਪਾਂ ਹੁਣ ਵੀ ਪੰਜਾਬੀ ਮਾਧਿਅਮ ਸਾਇੰਸ ਦੀ ਵੀ ਕਰਾ ਰਹੇ ਸੀ ਔਰ ਹੁਣ ਵੀ ਜਿਹੜੇ ਪੰਜਾਬੀ ਮਾਧਿਅਮ ਸਕੂਲ ਨੇ ਉਹਨਾਂ ਦੇ ਵਿੱਚ ਅਸੀਂ ਪੰਜਾਬੀ ਦੇ ਵਿੱਚ ਪੜ੍ਹਾਈ ਕਰਾ ਰਹੇ ਹਾਂ। ਤਾਂ ਇਹਦਾ ਮਤਲਬ ਹੈ ਕਿ 10ਵੀਂ ਤੱਕ ਤੇ ਸਾਨੂੰ ਸਕੂਲ ਪੱਧਰ ਤੇ ਕੋਈ ਸਮੱਸਿਆ ਹੀ ਨਹੀਂ ਹੈ। ਜੇ ਅਸੀਂ ਉੱਚ ਸਿੱਖਿਆ ਦੇ ਵਿੱਚ ਜਾਣਾ ਹੋਵੇ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਸਾਰੀ ਦੁਨੀਆ ਦੀਆਂ ਭਾਸ਼ਾਵਾਂ ਦੀ ਸ਼ਬਦਾਵਲੀ 'ਚ ਕੋਈ ਫਰਕ ਨਹੀਂ ਹੈ। ਇਹ ਸਾਡਾ ਇੱਕ ਵਹਿਮ ਹੈ ਕਿ ਪੰਜਾਬੀ ਭਾਸ਼ਾ ਦੇ ਕੋਈ ਸ਼ਬਦਾਵਲੀ ਨਹੀਂ ਹੈ, ਅੰਗਰੇਜ਼ੀ ਕੋਲ ਹੈ ਸਾਇੰਸ ਦੀ ਪੜ੍ਹਾਈ ਲਈ। ਮੈਂ ਤੁਹਾਨੂੰ ਕੋਈ 2-4 ਸ਼ਬਦ ਦੇ ਕੇ ਇਹ ਗੱਲ ਜਿਹੜੀ ਹੈ ਸਪਸ਼ਟ ਕਰਨੀ ਚਾਹਾਂਗਾ। ਇਹ ਸ਼ਬਦ ਜਿਹੜੇ ਨੇ ਇਹ ਵਿਗਿਆਨ ਦੇ ਆਪਣੇ ਡਾਕਟਰੀ ਦੇ ਖੇਤਰ ਦੇ ਸ਼ਬਦ ਨੇ। ਹੈਮ, ਹੈਮਾਸਾਈਟ, ਹੈਮਾਗੋਗ, ਹੈਮਲ, ਹੈਮਾਲੋਪੀਆ, ਹੈਮਾਂਜੀਓਮਾ, ਹੈਮਾਰਥਰੋਸਿਸ, ਇਹ ਸਾਰੇ 19 ਸ਼ਬਦ ਨੇ ਜਿਹੜੇ ਕਿ ਇਹ ਹੈਮ ਤੋਂ ਬਣਦੇ ਨੇ। ਹੁਣ ਇਹ ਵੇਖਣ ਨੂੰ ਤਾਂ ਇੰਝ ਲੱਗਦਾ ਕਿ ਸਾਡੇ ਕੋਲ ਇਹਨਾਂ ਵਾਸਤੇ ਕੋਈ ਪੰਜਾਬੀ ਸ਼ਬਦ ਹੈ ਨਹੀਂ, ਪਰ ਜੇ ਇਹਨਾਂ ਨੂੰ ਅਸੀਂ ਥੋੜ੍ਹਾ ਜਿਹਾ ਸਮਝ ਲਈਏ ਤਾਂ ਸਾਨੂੰ ਤਾਂ ਲੱਗਾ ਕਿ ਸਾਡੇ ਕੋਲ ਪਹਿਲੇ ਸ਼ਬਦ ਹਨ। ਹੈਮ ਦਾ ਮਤਲਬ ਰਤ ਹੈ, ਖੂਨ ਹੈ, ਲਹੂ ਹੈ, ਔਰ ਬਾਕੀ ਸਾਰੇ ਸ਼ਬਦ ਜਿਹੜੇ ਨੇ ਹੈਮ ਤੋਂ ਬਣੇ ਨੇ। ਜਿਵੇਂ ਹੈਮਾਸਾਈਟ ਹੈ, ਹੈਮ ਦਾ ਮਤਲਬ ਖੂਨ ਹੈ ਔਰ ਸਾਈਟ ਦਾ ਮਤਲਬ ਕੋਸ਼ਕਾ ਹੈ। ਤਾਂ ਸਾਡੇ ਕੋਲ ਕੋਸ਼ਕਾ ਵੀ ਹੈ, ਖੂਨ ਵੀ ਹੈ। ਤਾਂ ਜੇ ਇਹਨੂੰ ਹੈਮਾਸਾਈਟ ਨੂੰ ਅਸੀਂ ਰਤ ਕੋਸ਼ਕਾ ਕਹਿ ਦਾਂਗੇ, ਠੀਕ ਹੈ ਜੀ, ਤਾਂ ਝੱਟ ਸਾਨੂੰ ਸਮਝ ਵੀ ਛੇਤੀ ਆ ਜਾਏਗਾ। ਸੋ ਸਾਰੀ ਦੁਨੀਆ ਦੀ ਸ਼ਬਦਾਵਲੀ ਕਿਸੇ ਵੀ ਭਾਸ਼ਾ ਦੀ ਜਿਹੜੀ ਉਹ ਇਸ ਤਰ੍ਹਾਂ ਮੂਲ ਤੱਤਾਂ ਤੋਂ ਬਣੀ ਹੋਈ ਹੈ ਜਿਨ੍ਹਾਂ ਨੂੰ ਅਸੀਂ ਭਾਸ਼ਾ ਵਿਗਿਆਨੀਆਂ ਦੀ ਸ਼ਬਦਾਵਲੀ ਦੇ ਵਿੱਚ ਧਾਤੂ ਤੇ ਅਗੇਤਰ ਪਿਛੇਤਰ ਕਹਿੰਦੇ ਹਾਂ। ਤਾਂ ਇਹ ਧਾਤੂ ਤੇ ਅਗੇਤਰ ਧਾਤੂਆਂ ਦਾ ਜੋ ਕੋਈ ਦੁਨੀਆ ਦੀਆਂ ਭਾਸ਼ਾਵਾਂ ਦਾ ਕੋਈ ਫਰਕ ਨਹੀਂ ਹੈ ਬਹੁਤਾ। ਸਾਰੀਆਂ ਦੁਨੀਆ ਦੇ ਭਾਸ਼ਾਵਾਂ ਦੇ ਵਿੱਚ ਧਾਤੂ ਇੱਕੋ ਨੇ। ਜਿਹੜੀ ਬਾਕੀ ਸ਼ਬਦਾਵਲੀ ਬਣੀ ਹੈ ਉਹ ਉਹਨਾਂ ਧਾਤੂਆਂ ਤੋਂ ਹੀ ਅੱਗੇ ਬਣੀ ਹੈ ਔਰ ਹਰ ਇੱਕ ਭਾਸ਼ਾ ਦੇ ਵਿੱਚ ਇਹ ਸਮਰੱਥ ਹੈ ਕਿ ਉਹਨਾਂ ਧਾਤੂਆਂ ਤੋਂ ਅੱਗੋਂ ਜਿੰਨੀ ਚਾਹੇ ਸ਼ਬਦਾਵਲੀ ਬਣਾਈ ਜਾ ਸਕੇ। ਔਰ ਕਈ ਹਜ਼ਾਰ ਸਾਲ ਤੋਂ ਕਿਸੇ ਭਾਸ਼ਾ 'ਚ ਕੋਈ ਨਵਾਂ ਧਾਤੂ ਪੈਦਾ ਨਹੀਂ ਹੋਇਆ। ਇਹ ਸਿਰਫ ਇਹ ਹੈ ਕਿ ਇਹ ਤਾਂ ਹੋ ਸਕਦਾ ਹੈ ਕਿ ਕੋਈ ਭਾਸ਼ਾ ਦੂਜੀ ਭਾਸ਼ਾ ਤੋਂ ਇੱਕ ਧਾਤੂ ਉਧਾਰਾ ਲੈ ਕੇ ਤੇ ਫਿਰ ਉਹਦੀਆਂ ਜਿਹੜਾ ਆਪਾਂ ਬੱਸ ਤੋਂ ਬੱਸਾ ਬਣਾ ਦਿੱਤਾ, ਹਾਂਜੀ, ਤੋਂ ਵਿੰਡੋ ਤੋਂ ਵਿੰਡੋਆ ਬਣ ਗਿਆ। ਪਰ ਇੰਝ ਨਹੀਂ ਹੋਇਆ ਕਿ ਕਿਸੇ ਭਾਸ਼ਾ ਦੇ ਜਾਂ ਅੰਗਰੇਜ਼ੀ ਦੇ ਵਿੱਚ ਵੀ ਪਿਛਲੇ ਕਈ ਹਜ਼ਾਰ ਸਾਲ ਤੋਂ ਕੋਈ ਨਵਾਂ ਧਾਤੂ ਹੀ ਪੈਦਾ ਹੋ ਗਿਆ ਹੋਵੇ। ਸੋ ਇਸ ਕਰਕੇ ਸਾਰੀ ਸ਼ਬਦਾਵਲੀ ਇਹਨਾਂ ਧਾਤੂਆਂ ਤੇ ਅਗੇਤਰਾਂ ਪਿਛੇਤਰਾਂ ਤੋਂ ਬਣੀ ਹੁੰਦੀ ਹੈ ਜਿਨ੍ਹਾਂ ਦਾ ਦੁਨੀਆ ਦੇ ਕਿਸੇ ਭਾਸ਼ਾ ਦਾ ਕੋਈ ਬਹੁਤਾ ਫਰਕ ਹੈ ਨਹੀਂ ਹੈ। ਅਸੀਂ ਕਿਸੇ ਬੜੀ ਇਹੋ ਜਿਹੀ ਭਾਸ਼ਾ ਦੇ ਵਿੱਚ ਜਿਹੜੀ ਬਹੁਤੀ ਵਿਕਸਿਤ ਵੀ ਨਹੀਂ ਹੈ ਉਹਦੇ 'ਚ ਵੀ ਅਸੀਂ ਅੱਜ ਫੈਸਲਾ ਕਰ ਲਈਏ ਕਿ ਵਿਗਿਆਨ ਦੀ ਪੜ੍ਹਾਈ ਉੱਚ ਪੱਧਰ ਦੀ ਦੇਣੀ ਹੈ ਤੇ ਉਹਦੇ ਵਿੱਚ ਵੀ ਇਹ ਸਮਰੱਥਾ ਹੈ। ਥੋੜਾ ਜਿਹਾ ਕਿਤੇ ਨਾ ਕਿਤੇ ਸਾਰੀ ਸਮੱਗਰੀ ਸਾਡੇ ਕੋਲ ਮੌਜੂਦ ਹੈ। ਬਿਲਕੁਲ, ਜਾਂ ਥੋੜੀ ਜਿਹੀ ਮਿਹਨਤ ਨਾਲ ਇਹ ਸਾਰੀ ਸਮੱਗਰੀ ਬੜੀ ਥੋੜੇ ਮਿਹਨਤ ਨਾਲ ਤਿਆਰ ਕੀਤੀ ਜਾ ਸਕਦੀ ਹੈ। ਛੋਟੇ ਛੋਟੇ ਦੇਸ਼ ਨੇ, ਹਾਂਗਕਾਂਗ ਇੱਕ ਛੋਟਾ ਜਿਹਾ ਇੱਕ ਸ਼ਹਿਰ ਹੀ ਇੱਕ ਤਰ੍ਹਾਂ ਨਾਲ, ਉਹ ਆਪਣੀ ਭਾਸ਼ਾ ਦੇ ਵਿੱਚ ਪੜ੍ਹਾਈ ਕਰਾ ਰਹੇ ਨੇ। ਕੋਰੀਆ 5 ਕਰੋੜ ਦਾ ਦੇਸ਼ ਹੈ, ਉਹ ਸਾਰੀ ਆਪਣੀ ਪੜ੍ਹਾਈ ਕੋਰੀਆ 'ਚ ਕਰਾ ਰਿਹਾ ਹੈ। ਤੇ ਜੇ ਉਹ ਇਹ ਸਭ ਕੁਝ ਕਰ ਸਕਦੇ ਨੇ ਤੇ ਆਪਾਂ ਇਸੇ ਕਰਕੇ ਉਹਨਾਂ ਦੀ ਤਰੱਕੀ ਦਾ ਰਾਜ਼ ਵੀ ਹੈ। ਉਹਨਾਂ ਦੀ ਤਰੱਕੀ ਦਾ ਰਾਜ਼ ਵੀ ਹੈ ਕਿ ਉਹਨਾਂ ਆਪਣੀ ਮਾਤ ਭਾਸ਼ਾ ਨੂੰ ਆਪਣੇ ਗਿਆਨ ਵਿਗਿਆਨ ਦਾ ਆਦਾਨ ਪ੍ਰਦਾਨ ਦਾ, ਪ੍ਰਸ਼ਾਸਨ ਦਾ, ਸਿੱਖਿਆ ਦਾ ਆਧਾਰ ਬਣਾਇਆ। ਇਸ ਕਰਕੇ ਉਹ ਸਾਡੇ ਨਾਲੋਂ ਤਰੱਕੀ ਕਰ ਗਏ। ਔਰ ਜਿੰਨਾ ਚਿਰ ਅਸੀਂ ਇਹ ਨਹੀਂ ਕਰਦੇ ਸਾਡੀ ਸਿੱਖਿਆ ਵਿਕਾਸ ਨਹੀਂ ਕਰ ਸਕਦੀ। ਜੇ ਸਿੱਖਿਆ ਵਿਕਾਸ ਨਹੀਂ ਕਰ ਸਕਦੀ ਸਾਡਾ ਅਰਥਚਾਰਾ ਵਿਕਾਸ ਨਹੀਂ ਕਰ ਸਕਦਾ, ਸਾਡਾ ਵਿਗਿਆਨ ਤਕਨੀਕ ਕੁਝ ਵੀ ਵਿਕਾਸ ਨਹੀਂ ਕਰ ਸਕਦਾ। ਜੀ ਡਾਕਟਰ ਸਾਹਿਬ, ਕਾਫੀ ਡੂੰਘੇ ਤੁਸੀਂ ਵਿਚਾਰ ਸਾਡੇ ਦਰਸ਼ਕਾਂ ਸਾਹਮਣੇ ਰੱਖੇ ਨੇ। ਸਾਨੂੰ ਪਤਾ ਲੱਗ ਗਿਆ ਸਾਡੀ ਘਾਟ ਕਿੱਥੇ ਹੈ, ਕਿੱਥੇ ਸਾਡੀਆਂ ਕਮੀਆਂ ਨੇ। ਹੁਣ ਕਮੀਆਂ ਸਾਨੂੰ ਪਤਾ ਲੱਗ ਗਈਆਂ ਨੇ ਤੇ ਹੱਲ ਕਿਵੇਂ ਨਿਕਲਣਗੇ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸੋ ਦੋਸਤੋ, ਜਾਣਾ ਕਿਤੇ ਨਹੀਂ, ਬੜੇ ਡੂੰਘੇ ਵਿਚਾਰ ਸਾਡੇ ਅਤੀ ਸਤਿਕਾਰਯੋਗ ਡਾਕਟਰ ਜੋਗਾ ਸਿੰਘ ਜੀ। ਆਪਣੀ ਬੋਲੀ ਨੂੰ ਅਸੀਂ ਕਿਵੇਂ ਘਰਾਂ ਵਿੱਚ ਪ੍ਰਵੇਸ਼ ਕਰਾਈਏ, ਆਪਣੇ ਬੱਚਿਆਂ ਤੱਕ ਪਹੁੰਚ ਕਰਾਈਏ ਤਾਂ ਜੋ ਸਾਡਾ ਵੀ ਬੱਚਾ, ਆਉਣ ਵਾਲੀ ਨੌਜਵਾਨ ਪਨੀਰੀ
ਆਪਣੀ ਮਾਂ ਬੋਲੀ 'ਚ ਗੱਲ ਕਰਕੇ ਮਾਣ ਮਹਿਸੂਸ ਕਰੇ। ਇੱਕ ਨਹੀਂ ਅਨੇਕਾਂ ਹੋਰ ਵੀ ਸਵਾਲ ਨੇ ਜੋ ਕਿ ਆਪਾਂ ਬ੍ਰੇਕ ਤੋਂ ਬਾਅਦ ਪੁੱਛਾਂਗੇ। ਜੁੜੇ ਰਹੋ ਤੁਸੀਂ ਆਪਣੇ ਮਨਪਸੰਦ ਪ੍ਰੋਗਰਾਮ ਖੋਜ ਦਰਪਣ ਸਾਂਝ ਵਿਚਾਰਾਂ ਦੇ ਨਾਲ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ। ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਰਿਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਖੋਜ ਦਰਪਣ ਸਾਂਝ ਵਿਚਾਰਾਂ ਦੇ ਵਿੱਚ। ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ, ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸਾਂ ਸਾਡੇ ਅਤੀ ਸਤਿਕਾਰਯੋਗ ਡਾਕਟਰ ਜੋਗਾ ਸਿੰਘ ਦੇ ਨਾਲ। ਡਾਕਟਰ ਸਾਹਿਬ, ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਮਾਂ ਬੋਲੀ ਬਾਰੇ ਗੱਲ ਕਰ ਰਹੇ ਸਾਂ, ਕਿਵੇਂ ਨੌਜਵਾਨ ਬੱਚਿਆਂ ਤੱਕ ਮਾਂ ਬੋਲੀ ਨੂੰ ਪਹੁੰਚਾਇਆ ਜਾਵੇ। ਪਰੰਤੂ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਪੰਜਾਬੀ ਨੂੰ ਕੀ ਅਹਿਮੀਅਤ ਦਿੱਤੀ ਜਾ ਰਹੀ ਹੈ ਜਾਂ ਜਿਨ੍ਹਾਂ ਵੱਲੋਂ ਦਿੱਤੀ ਜਾ ਰਹੀ ਹੈ ਉਹ ਕੀ ਚੰਗੀ ਤਰ੍ਹਾਂ ਪੰਜਾਬੀ ਨੂੰ ਆਪਣੇ ਘਰਾਂ ਵਿੱਚ ਪ੍ਰਫੁੱਲਤ ਕਰ ਰਹੇ ਨੇ? ਨਹੀਂ, ਆਪਣੇ ਸਾਹਮਣੇ ਹੀ ਹੈ ਕਿ ਪੰਜਾਬੀ ਨੂੰ ਅਹਿਮੀਅਤ ਨਹੀਂ ਦਿੱਤੀ ਜਾ ਰਹੀ ਜਿੰਨੀ ਚਾਹੀਦੀ ਹੈ। ਜੇ ਪੰਜਾਬੀ ਨੂੰ ਅਹਿਮੀਅਤ ਦਿੱਤੀ ਜਾਂਦੀ ਹੁੰਦੀ ਤਾਂ ਫਿਰ ਅਸੀਂ ਆਪਣੀ ਸਿੱਖਿਆ ਘੱਟੋ ਘੱਟ ਜਿਹੜੀ ਪੰਜਾਬੀ 'ਚ ਕਿਉਂ ਨਾ ਕਰਾਉਂਦੇ। ਹਾਲੇ ਸਾਡੇ ਦਫ਼ਤਰਾਂ ਦੇ ਕੰਮ ਵੀ ਪੂਰੀ ਤਰ੍ਹਾਂ ਪੰਜਾਬੀ 'ਚ ਨਹੀਂ ਹੋਣ ਲੱਗੇ। ਬੜੀ ਸਰਲ ਜਿਹੀ ਗੱਲ ਹੈ ਕਿ ਜੇ ਕਿਸੇ ਪਿੰਡ ਦੇ ਬੰਦੇ ਨੇ ਕਿਸੇ ਦਫ਼ਤਰ ਜਾ ਕੇ ਬੈਂਕ 'ਚ ਜਾ ਕੇ ਆਪਣਾ ਕੋਈ ਕੰਮ ਕਰਨਾ ਹੈ ਅਤੇ ਜੇ ਉਹਨੂੰ ਫਾਰਮ ਅੰਗਰੇਜ਼ੀ 'ਚ ਮਿਲੇਗਾ ਤਾਂ ਆਪਣਾ ਕੰਮ ਕਿਵੇਂ ਕਰ ਲਏਗਾ? ਪ੍ਰਸ਼ਾਸਨ ਵੀ ਇਸ ਚਾਰੂ ਰੂਪ 'ਚ ਚੱਲ ਹੀ ਨਹੀਂ ਸਕਦਾ ਜਿੰਨਾ ਚਿਰ ਤੁਸੀਂ ਪ੍ਰਸ਼ਾਸਨ ਜਿਹੜੀ ਲੋਕਾਂ ਦੀ ਭਾਸ਼ਾ ਉਹਨੂੰ ਪ੍ਰਸ਼ਾਸਨ ਦਾ ਆਧਾਰ ਨਹੀਂ ਬਣਾਉਂਦੇ। ਇਸ ਤਰ੍ਹਾਂ ਸਿੱਖਿਆ ਦੀ ਆਪਾਂ ਗੱਲ ਪਹਿਲਾਂ ਕੀਤੀ ਹੈ। ਪਰ ਇਸ ਕਰਕੇ ਸਾਨੂੰ ਆਪਣੀ ਸਿੱਖਿਆ ਲਈ ਪ੍ਰਸ਼ਾਸਨ ਲਈ ਹਰ ਤਰ੍ਹਾਂ ਦੇ ਔਰ ਜਿਹੜੀ ਬਹੁਤ ਮਹੱਤਵਪੂਰਨ ਗੱਲ ਹੈ ਕਿ ਉਹ ਜੇ ਬੱਚੇ ਨੇ ਆਪਣੇ ਵਿਰਸੇ ਨਾਲ, ਆਪਣੇ ਪਰਵੇਸ਼ ਨਾਲ, ਆਲੇ ਦੁਆਲੇ ਨਾਲ, ਇਤਿਹਾਸ ਨਾਲ ਜੁੜਨਾ ਹੈ, ਉਹ ਦੂਜੀ ਭਾਸ਼ਾ ਰਾਹੀਂ ਆਪਣੇ ਵਿਰਸੇ ਨਾਲ, ਇਤਿਹਾਸ ਨਾਲ, ਆਪਣੇ ਜਿਹੜੇ ਪਰੰਪਰਾ ਨਾਲ ਕਿਵੇਂ ਜੁੜ ਸਕਦਾ ਹੈ? ਇਸ ਕਰਕੇ ਜਿੰਨਾ ਚਿਰ ਜੇ ਉਹ ਬੱਚੇ ਨੂੰ ਆਪਣੀ ਭਾਸ਼ਾ ਦੀ ਅੱਛੀ ਮੁਹਾਰਤ ਹੀ ਨਹੀਂ ਹੋਏਗੀ ਤਾਂ ਉਹ ਨਾ ਸਾਹਿਤ ਤੱਕ ਪਹੁੰਚ ਕਰ ਸਕਦਾ, ਨਾ ਸੱਭਿਆਚਾਰ ਤੱਕ ਅੱਛੀ ਪਹੁੰਚ ਕਰ ਸਕਦਾ, ਨਾ ਆਪਣੇ ਲੋਕਾਂ ਦੇ ਆਲੇ ਦੁਆਲੇ ਨਾਲ ਚੰਗੀ ਤਰ੍ਹਾਂ ਜੁੜ ਸਕਦਾ ਹੈ। ਤਾਂ ਉਹਦਾ ਕਿਸੇ ਤਰ੍ਹਾਂ ਦਾ ਚੰਗੀ ਤਰ੍ਹਾਂ ਬੱਚੇ ਦਾ ਵਿਕਾਸ ਹੀ ਨਹੀਂ ਹੋ ਸਕੇਗਾ। ਡਾਕਟਰ ਸਾਹਿਬ, ਤੁਸੀਂ ਇੱਥੇ ਵਿਰਸੇ ਦੀ ਗੱਲ ਕੀਤੀ ਹੈ, ਪਰੰਤੂ ਜੇਕਰ ਦੂਜੇ ਪਾਸੇ ਵੇਖਿਆ ਜਾਵੇ ਗਲੋਬਲਾਈਜੇਸ਼ਨ ਦਾ ਜ਼ਮਾਨਾ ਹੈ। ਅੱਜ ਇਨਸਾਨ, ਅੱਜ ਦਾ ਨੌਜਵਾਨ ਪੂਰੀ ਦੁਨੀਆ ਨਾਲ ਜੁੜਿਆ ਪਿਆ ਹੈ, ਪਰੰਤੂ ਇਸ ਅੱਜ ਦੇ ਗਲੋਬਲ ਯੁੱਗ ਦੇ ਵਿੱਚ ਕਿਹੜੀ ਭਾਸ਼ਾ ਨੂੰ ਜ਼ਿਆਦਾ ਪ੍ਰਫੁੱਲਤ ਦਿੱਤੀ ਜਾਵੇ ਤਾਂ ਜੋ ਬੱਚਾ ਦੁਨੀਆ ਦੇ ਬਰਾਬਰ ਦਾ ਬਣ ਸਕੇ? ਤੁਹਾਡਾ ਸਵਾਲ ਬਹੁਤ ਹੀ ਚੰਗਾ ਹੈ ਔਰ ਇਹ ਇੱਕ ਕਾਰਨ ਜਿਹਦੇ ਕਰਕੇ ਪੰਜਾਬੀ ਨੂੰ ਅਹਿਮੀਅਤ ਜਾਂ ਮਾਤ ਭਾਸ਼ਾਵਾਂ ਨੂੰ ਘੱਟ ਅਹਿਮੀਅਤ ਮਿਲ ਰਹੀ। ਲੋਕ ਇਹ ਸਮਝਦੇ ਨੇ ਕਿ ਅੱਜ ਦੀ ਜਿਹੜੀ ਵਿਸ਼ਵੀਕਰਨ ਦੀ ਦੁਨੀਆ ਜਾਂ ਗਲੋਬਲ ਦੁਨੀਆ, ਇਹਦੇ ਵਿੱਚ ਦੁਨੀਆ ਦੇ ਨਾਲ ਜੁੜਨਾ, ਆਦਾਨ ਪ੍ਰਦਾਨ ਬਹੁਤ ਵੱਧ ਗਿਆ, ਅਰਥਚਾਰਾ ਜਿਹੜਾ ਆਰਥਿਕ ਸੰਬੰਧ ਬਹੁਤ ਵੱਧ ਗਏ ਦੇਸ਼ਾਂ ਦੇ। ਇਸ ਕਰਕੇ ਸਾਨੂੰ ਕਿਸੇ ਅੰਤਰਰਾਸ਼ਟਰੀ ਭਾਸ਼ਾ ਦੀ ਲੋੜ ਹੈ। ਬਿਲਕੁਲ ਜੀ। ਔਰ ਇਹ ਵੀ ਇੱਕ ਵਹਿਮ ਹੈ ਕਿ ਜੇ ਅਸੀਂ ਸਮਝਦੇ ਹਾਂ, ਪਹਿਲੀ ਗੱਲ ਤਾਂ ਇਹ ਸਹੀ ਗੱਲ ਹੈ ਕਿ ਅੱਜ ਦੇ ਯੁੱਗ ਵਿੱਚ ਇੱਕ ਭਾਸ਼ਾਈ ਹੋਣਾ ਅਪੰਗ ਹੋਣਾ। ਜੇ ਤੁਹਾਨੂੰ ਸਿਰਫ ਪੰਜਾਬੀ ਆਉਂਦੀ ਹੈ ਜਾਂ ਸਿਰਫ ਅੰਗਰੇਜ਼ੀ ਵੀ ਆਉਂਦੀ ਹੈ, ਸ਼ਾਇਦ ਇੱਕੋ ਹੀ ਭਾਸ਼ਾ ਹੁੰਦੀ ਹੈ, ਤੁਸੀਂ ਦੁਨੀਆ ਦੇ ਵਿੱਚ ਅੱਜ ਅਪੰਗ ਮੰਨੇ ਜਾਓਗੇ। ਬਹੁਭਾਸ਼ੀ ਭਾਸ਼ਾ, ਅੱਜ ਦੁਨੀਆ ਬਹੁਭਾਸ਼ੀ ਹੋ ਗਈ ਹੈ, ਸਾਨੂੰ ਦੂਜੀਆਂ ਭਾਸ਼ਾਵਾਂ ਸਿੱਖਣਾ ਬਹੁਤ ਜ਼ਰੂਰੀ ਹੈ। ਜੇ ਤੁਹਾਨੂੰ ਅੰਗਰੇਜ਼ੀ ਵੀ ਆਉਂਦੀ ਹੈ ਤਾਂ ਵੀ ਤੁਸੀਂ ਅਪੰਗ ਹੋ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਯੂਰਪ ਦੇ ਬੈਂਕ ਅੰਗਰੇਜ਼ ਬਰਤਾਨੀਆ ਦੇ ਲੋਕਾਂ ਨੂੰ, ਇੰਗਲੈਂਡ ਦੇ ਲੋਕਾਂ ਨੂੰ ਨੌਕਰੀਆਂ ਨਹੀਂ ਦੇ ਰਹੇ। ਇਸ ਕਰਕੇ ਨਹੀਂ ਨੌਕਰੀਆਂ ਦੇ ਰਹੇ ਇੰਗਲੈਂਡ ਦੇ ਲੋਕਾਂ ਨੂੰ ਕਿ ਉਹਨਾਂ ਨੂੰ ਸਿਰਫ ਅੰਗਰੇਜ਼ੀ ਆਉਂਦੀ ਹੈ, ਹੋਰ ਕੋਈ ਭਾਸ਼ਾ ਹੀ ਨਹੀਂ ਆਉਂਦੀ। ਉਸ ਦੇ ਮੁਕਾਬਲੇ ਜਿਹੜੇ ਯੂਰਪ ਦੇ ਦੇਸ਼ ਨੇ ਉਹ ਆਪਣੇ ਸਕੂਲਾਂ ਦੇ ਵਿੱਚ, ਆਪਣੇ ਕਾਲਜਾਂ ਦੇ ਵਿੱਚ ਵਿਦੇਸ਼ੀ ਭਾਸ਼ਾਵਾਂ ਬਹੁਤ ਪੜ੍ਹਾ ਰਹੇ ਨੇ। ਉਹਨਾਂ ਦੇ ਬੱਚੇ ਜਿਹੜੇ ਨੇ ਜਾਂ ਉਹਨਾਂ ਦੇ ਜਿਹੜੇ ਨੌਜਵਾਨ ਆ ਰਹੇ ਨੇ, ਉਹ ਜਦੋਂ ਸਕੂਲ ਜਾਂ ਕਾਲਜ ਤੋਂ ਬਾਹਰ ਹੁੰਦੇ ਨੇ ਉਦੋਂ ਤੱਕ ਕਈ ਭਾਸ਼ਾਵਾਂ ਸਿੱਖ ਚੁੱਕੇ ਹੁੰਦੇ ਨੇ। ਇਸ ਕਰਕੇ ਯੂਰਪ ਦੇ ਬੈਂਕ ਜਿਹੜੇ ਨੇ ਉਹ ਇੰਗਲੈਂਡ ਦੇ ਲੋਕਾਂ ਨੂੰ ਨੌਕਰੀਆਂ ਨਹੀਂ ਦਿੰਦੇ, ਬਲਕਿ ਫਰਾਂਸ, ਜਰਮਨੀ, ਇਹਨਾਂ ਦੇਸ਼ਾਂ ਦੇ, ਇਟਲੀ, ਇਹਨਾਂ ਦੇਸ਼ਾਂ ਦੇ ਲੋਕਾਂ ਨੂੰ ਨੌਕਰੀਆਂ ਦਿੰਦੇ ਨੇ। ਇਸੇ ਤਰ੍ਹਾਂ ਹੀ ਇੰਗਲੈਂਡ ਦੀ ਅਖਬਾਰ ਦੇ ਵਿੱਚ ਪਿੱਛੇ ਜਿਹੇ ਛਪਿਆ ਇੱਕ ਮੈਗਜ਼ੀਨ 'ਚ ਕਿ 48 ਬਿਲੀਅਨ ਪਾਉਂਡ ਦਾ ਮਤਲਬ ਹੈ ਮੇਰੇ ਹਿਸਾਬ 'ਚ ਕੋਈ ਲਗਭਗ 3-4 ਲੱਖ ਕਰੋੜ ਦੇ ਕਰੀਬ ਬਣ ਜਾਂਦਾ। ਤਾਂ ਇੰਨਾ ਘਾਟਾ ਇੰਗਲੈਂਡ ਨੂੰ ਇਸ ਕਰਕੇ ਪੈ ਰਿਹਾ ਕਿ ਉਹਨਾਂ ਨੂੰ ਸਿਰਫ ਅੰਗਰੇਜ਼ੀ ਆਉਂਦੀ ਹੈ। ਇਹ ਸਾਡਾ ਇੱਕ ਭਰਮ ਹੈ ਕਿ ਅੰਗਰੇਜ਼ੀ ਦੇ ਨਾਲ ਸਾਰੀ ਦੁਨੀਆ ਨਾਲ ਜੁੜਿਆ ਜਾ ਸਕਦਾ ਹੈ।
ਅੰਗਰੇਜ਼ੀ ਦੁਨੀਆ ਦੇ ਸਿਰਫ 70-80 ਕਰੋੜ ਲੋਕ ਜਾਣਦੇ ਨੇ, ਔਰ ਉਹਦੇ ਵਿੱਚੋਂ ਵੀ ਅੱਧੇ ਨੇ ਜਿਨ੍ਹਾਂ ਦੀ ਮਾਤ ਭਾਸ਼ਾ, ਅੱਧੇ ਜਿਹੜੇ ਨੂੰ ਦੂਜੀ ਭਾਸ਼ਾ ਅੱਗੇ ਜਾਣਦੇ ਨੇ। ਸਾਰੀ ਦੁਨੀਆ ਦੀ ਆਬਾਦੀ 720 ਕਰੋੜ ਤੋਂ ਵੀ ਉੱਪਰ ਹੋ ਗਈ, 750 ਕਰੋੜ। ਹੁਣ ਬਾਕੀਆਂ ਨਾਲ ਅਸੀਂ ਕਿਵੇਂ ਜੁੜਾਂਗੇ ਜੇ ਸਾਨੂੰ ਉਹਨਾਂ ਦੀਆਂ ਭਾਸ਼ਾਵਾਂ ਨਹੀਂ ਆਉਂਦੀਆਂ? ਇਸ ਕਰਕੇ ਸਾਡਾ ਇਹ ਭਰਮ ਕਿ ਅੰਗਰੇਜ਼ੀ ਨਾਲ ਸਾਰੀ ਦੁਨੀਆ ਨਾਲ ਜੁੜ ਜਾਾਂਗੇ, ਸਾਡਾ ਵਪਾਰ 'ਚ ਹੀ ਨੁਕਸਾਨ ਕਰ ਰਿਹਾ ਹੈ। ਔਰ ਤੁਹਾਨੂੰ ਹੈਰਾਨੀ ਹੋਈ ਇਹ ਗੱਲ ਕਿ ਉਹ ਦੇਸ਼ ਜਿਹੜੇ ਮਾਤ ਭਾਸ਼ਾ 'ਚ ਪੜ੍ਹਾਉਂਦੇ ਨੇ ਉਹ ਸਾਡੇ ਤੋਂ ਵਪਾਰ ਪੇ ਅੱਗੇ ਨੇ। ਮਿਸਾਲ ਅਸੀਂ ਦੱਖਣੀ ਕੋਰੀਆ ਦੀ ਮਿਸਾਲ ਲੈ ਸਕਦੇ ਹਾਂ। ਦੱਖਣੀ ਕੋਰੀਆ 5 ਕਰੋੜ ਆਬਾਦੀ ਵਾਲਾ ਮੁਲਕ ਹੈ, ਸਾਡੇ ਨਾਲ ਸਾਡੀ 750 ਕਰੋੜ, ਅਸੀਂ 25 ਗੁਣਾ ਵਾਧਾ। ਪਰ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਜਿਹੜਾ ਕੋਰੀਆ ਦਾ ਦਰਜਾ ਉਹ ਸਾਡੇ ਨਾਲ 15 ਦਰਜੇ ਉੱਪਰ ਹੈ। ਕੋਰੀਆ ਸਾਰੀ ਆਪਣੀ ਪੜ੍ਹਾਈ ਜਿਹੜੀ ਹੈ ਉਹ ਮਾਤ ਭਾਸ਼ਾ ਕੋਰੀਆ 'ਚ ਕਰਾਉਂਦਾ, ਯੂਨੀਵਰਸਿਟੀ 'ਚ, ਕਾਲਜ 'ਚ। ਔਰ ਜਿਹੜੀ ਸਭ ਤੋਂ ਜਿਹੜੀ ਜ਼ਰੂਰੀ ਗੱਲ, ਮੈਂ ਮਹੱਤਵਪੂਰਨ ਗੱਲ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ, ਉਹ ਇਹ ਹੈ ਕਿ ਤੁਹਾਨੂੰ ਵਿਦੇਸ਼ੀ ਭਾਸ਼ਾ ਵੀ ਨਹੀਂ ਚੰਗੀ ਤਰ੍ਹਾਂ ਆ ਸਕਦੀ ਜੇ ਤੁਸੀਂ ਮਾਤ ਭਾਸ਼ਾ ਦੀ ਚੰਗੀ ਮੁਹਾਰਤ ਹਾਸਲ ਨਹੀਂ ਕੀਤੀ। ਦੁਨੀਆ ਦੇ ਵਿੱਚ ਇਸ ਸਵਾਲ ਦੇ ਉੱਤੇ ਬਹੁਤ ਖੋਜ ਹੋ ਚੁੱਕੀ ਹੈ ਕਿ ਅੱਜ ਦੇ ਯੁੱਗ ਵਿੱਚ ਜਿਹੜਾ ਤੁਹਾਨੂੰ ਭਾਸ਼ਾਵਾਂ ਸਿੱਖਣ ਦੀ ਲੋੜ ਹੈ ਤਾਂ ਵਿਦੇਸ਼ੀ ਭਾਸ਼ਾ ਸਿੱਖਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ। ਔਰ ਇਹ ਵਿਸ਼ਵ ਬੈਂਕ ਨੇ ਪੈਸਾ ਦੇ ਕੇ 12 ਮੁਲਕਾਂ ਦੇ ਵਿੱਚ ਇੱਕ ਪੜਤਾਲ ਕਰਾਈ, ਅਧਿਐਨ ਕਰਵਾਇਆ, ਔਰ ਉਹਦੇ ਵਿੱਚ ਹਿੰਦੁਸਤਾਨ ਵੀ ਸੀ। ਸਾਰੀ ਦੁਨੀਆ ਦੇ ਵਿੱਚੋਂ 5 ਮਹਾਂਦੀਪਾਂ 'ਚੋਂ ਲੈ ਉਹ ਯੂਨੈਸਕੋ ਨੇ ਉਹ ਸਾਰੀ ਖੋਜ ਕੀਤੀ। ਉਹਦੇ ਜੋ ਨਤੀਜੇ ਨੇ ਉਹ ਮੈਂ ਤੁਹਾਨੂੰ ਇੱਕ ਟੂਕ ਦੇ ਰੂਪ 'ਚ ਸਾਹਮਣੇ ਰੱਖਣਾ ਚਾਹਾਂਗਾ ਕਿ ਉਹਦੇ ਨਤੀਜੇ ਕੀ ਨੇ। ਸਾਡੇ ਰਾਹ ਵਿੱਚ ਵੱਡੀ ਰੁਕਾਵਟ ਭਾਸ਼ਾ ਤੇ ਸਿੱਖਿਆ ਬਾਰੇ ਕੁਝ ਅੰਧ ਵਿਸ਼ਵਾਸ ਹਨ ਤੇ ਲੋਕਾਂ ਦੀਆਂ ਅੱਖਾਂ ਖੋਲ੍ਹਣ ਲਈ ਇਹਨਾਂ ਅੰਧ ਵਿਸ਼ਵਾਸਾਂ ਦਾ ਭਾਂਡਾ ਭਰਨਾ ਚਾਹੀਦਾ ਹੈ। ਅਜਿਹਾ ਹੀ ਇੱਕ ਅੰਧ ਵਿਸ਼ਵਾਸ ਇਹ ਹੈ ਕਿ ਵਿਦੇਸ਼ੀ ਭਾਸ਼ਾ ਸਿੱਖਣ ਦਾ ਵਧੀਆ ਤਰੀਕਾ ਇਸ ਦੀ ਪੜ੍ਹਾਈ ਦੇ ਮਾਧਿਅਮ ਵਜੋਂ ਵਰਤੋਂ ਹੈ। ਅਸਲ ਵਿੱਚ ਹੋਰ ਭਾਸ਼ਾ ਨੂੰ ਇੱਕ ਵਿਸ਼ੇ ਵਜੋਂ ਪੜ੍ਹਨਾ ਵਧੇਰੇ ਕਾਰਗਰ ਹੁੰਦਾ ਹੈ। ਦੂਜਾ ਅੰਧ ਵਿਸ਼ਵਾਸ ਇਹ ਹੈ ਕਿ ਵਿਦੇਸ਼ੀ ਭਾਸ਼ਾ ਸਿੱਖਣ ਲਈ ਜਿੰਨਾ ਛੇਤੀ ਸ਼ੁਰੂ ਕੀਤਾ ਜਾਏ ਉਨਾ ਚੰਗਾ ਹੈ। ਛੇਤੀ ਸ਼ੁਰੂ ਕਰਨ ਨਾਲ ਲਹਿਜਾ ਤਾਂ ਬਿਹਤਰ ਹੋ ਸਕਦਾ ਹੈ, ਪਰ ਲਾਭ ਦੀ ਸਥਿਤੀ ਵਿੱਚ ਉਹ ਸਿੱਖਣ ਵਾਲਾ ਹੁੰਦਾ ਹੈ ਜੋ ਮਾਤ ਭਾਸ਼ਾ ਤੇ ਚੰਗੀ ਮੁਹਾਰਤ ਹਾਸਲ ਕਰ ਚੁੱਕਿਆ ਹੋਵੇ। ਤੀਜਾ ਅੰਧ ਵਿਸ਼ਵਾਸ ਇਹ ਹੈ ਕਿ ਮਾਤ ਭਾਸ਼ਾ ਵਿਦੇਸ਼ੀ ਭਾਸ਼ਾ ਸਿੱਖਣ ਦੇ ਰਾਹ ਵਿੱਚ ਰੁਕਾਵਟ ਹੈ। ਮਾਤ ਭਾਸ਼ਾ ਵਿੱਚ ਮਜ਼ਬੂਤ ਨੀਂਹ ਨਾਲ ਵਿਦੇਸ਼ੀ ਭਾਸ਼ਾ ਬਿਹਤਰ ਸਿੱਖੀ ਜਾਂਦੀ ਹੈ। ਸਪਸ਼ਟ ਹੈ ਕਿ ਇਹ ਅੰਧ ਵਿਸ਼ਵਾਸ ਹਨ, ਅਸਲੀਅਤ ਨਹੀਂ, ਪਰ ਫਿਰ ਵੀ ਇਹ ਨੀਤੀ ਘਾੜਿਆਂ ਦੀ ਇਸ ਸਵਾਲ ਤੇ ਅਗਵਾਈ ਕਰਦੇ ਹਨ ਕਿ ਭਾਰੂ ਭਾਸ਼ਾ ਕਿਵੇਂ ਸਿੱਖੀ ਜਾਵੇ। ਸੋ ਇਸ ਤੋਂ ਇਕੱਲਾ ਅਧਿਐਨ ਜਾਂ ਖੋਜ ਨਹੀਂ ਹੈ, ਬਹੁਤ ਹੋਰ ਖੋਜਾਂ ਵੀ ਇਸ ਸਵਾਲ ਤੇ ਹੋਈਆਂ ਨੇ। ਹਰ ਵਾਰੀ ਇਹ ਨਤੀਜਾ ਸਾਹਮਣੇ ਆਉਂਦਾ ਹੈ ਕਿ ਜੇ ਪੜ੍ਹਾਈ ਇੱਕੋ ਜਿਹੀ ਹੋਏ, ਜਿਹੜਾ ਬੱਚਾ ਮਾਤ ਭਾਸ਼ਾ ਮਾਧਿਅਮ 'ਚ ਪੜ੍ਹਦਾ ਹੈ ਉਹ ਵਿਦੇਸ਼ੀ ਭਾਸ਼ਾ ਨੂੰ ਇੱਕ ਵਿਸ਼ੇ ਵਜੋਂ ਪੜ੍ਹੇਗਾ ਤਾਂ ਉਹਨੂੰ ਬਿਹਤਰ ਆਏਗੀ, ਔਰ ਉਹ ਵੀ ਥੋੜ੍ਹਾ ਲੇਟ ਪੜ੍ਹੇਗਾ। ਤੇ ਜੇ ਉਸ ਦੇ ਮੁਕਾਬਲੇ ਜਿਹੜਾ ਬੱਚਾ ਸ਼ੁਰੂ ਤੋਂ ਹੀ ਵਿਦੇਸ਼ੀ ਭਾਸ਼ਾ ਮਾਧਿਅਮ 'ਚ ਪੜ੍ਹਦਾ ਹੈ ਉਹਨੂੰ ਵਿਦੇਸ਼ੀ ਭਾਸ਼ਾ ਵੀ ਬਹੁਤ ਚੰਗੀ ਤਰ੍ਹਾਂ ਨਹੀਂ ਆਏਗੀ। ਡਾਕਟਰ ਸਾਹਿਬ ਤੁਸੀਂ ਬਾਖੂਬੀ ਢੰਗ ਦੇ ਨਾਲ ਇੱਕ ਕੰਡੀਸ਼ਨ ਸਾਡੇ ਸਾਹਮਣੇ ਰੱਖ ਦਿੱਤੀ ਵੀ ਜਿਹੜਾ ਬੱਚਾ ਆਪਣੀ ਬੋਲੀ ਨੂੰ ਜ਼ਿਆਦਾ ਅਸੈਪਟ ਕਰੇਗਾ ਦੂਜੀਆਂ ਭਾਸ਼ਾਵਾਂ ਨਾਲ ਵੀ ਉਹਦੀ ਪਕੜ ਬਣੇਗੀ। ਪਰੰਤੂ ਫਿਰ ਵੀ ਡਾਕਟਰ ਸਾਹਿਬ ਤੁਹਾਨੂੰ ਮੈਂ ਇੱਥੇ ਪੁੱਛਣਾ ਚਾਹਾਂਗਾ, ਅੱਜ ਕੁਝ ਸਭਾ ਸੁਸਾਇਟੀਆਂ ਜਾਂ ਸਰਕਾਰਾਂ ਦੀ ਗੱਲ ਕਰ ਲਓ ਜਾਂ ਵਿਦਿਅਕ ਅਦਾਰਿਆਂ ਦੀ ਗੱਲ ਕਰ ਲਓ, ਉਹਨਾਂ ਦਾ ਫਰਜ਼ ਬਣਦਾ ਹੈ, ਤੁਸੀਂ ਬਕਾਇਦਾ ਪੰਜਾਬੀ ਯੂਨੀਵਰਸਿਟੀ 'ਚ ਬਾਖੂਬੀ ਢੰਗ ਨਾਲ ਪੰਜਾਬੀ ਬੋਲੀ ਸੇਵਾ ਕਰ ਰਹੇ ਹੋ, ਸਾਡੇ ਸਰਕਾਰਾਂ ਦਾ ਕੀ ਰੋਲ ਹੈ ਜਾਂ ਸਾਡੇ ਵਿਦਿਅਕ ਅਦਾਰਿਆਂ ਦਾ ਕੀ ਰੋਲ ਹੈ ਆਪਣੀ ਮਾਂ ਬੋਲੀ ਪ੍ਰਤੀ? ਕਿਉਂਕਿ ਬੱਚੇ ਨੇ ਕਿਤੋਂ ਨਾ ਕਿਤੋਂ ਤਾਲੀਮ ਗ੍ਰਹਿਣ ਕਰਨੀ ਹੈ, ਜਿਸ ਤਰ੍ਹਾਂ ਤਾਲੀਮ ਦਿੱਤੀ ਜਾਵੇਗੀ ਬੱਚਾ ਉਸੇ ਤਰ੍ਹਾਂ ਦਾ ਸੈਲੈਕਟ ਕਰੇਗਾ। ਇਹ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਹੈ। ਤੁਸੀਂ ਆਮ ਪਿੰਡ ਦੇ ਇੱਕ ਸਧਾਰਨ ਬੰਦੇ ਤੋਂ ਉਮੀਦ ਨਹੀਂ ਰੱਖ ਸਕਦੇ ਕਿ ਉਹ ਦੁਨੀਆ ਭਰ ਦੀ ਖੋਜ ਨੂੰ ਜਾਣਦਾ ਹੋਵੇ, ਦੁਨੀਆ ਨੂੰ ਗਿਆਨ ਰੱਖਦਾ ਹੋਵੇ। ਤਾਂ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ। ਔਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਪੰਜਾਬ ਦੀਆਂ ਸਰਕਾਰਾਂ ਚਾਹੇ ਹਿੰਦੁਸਤਾਨ ਦੀਆਂ ਸਰਕਾਰਾਂ ਦੇ ਇਸ ਖੇਤਰ ਦੇ ਵਿੱਚ, ਇਸ ਮਾਮਲੇ ਦੇ ਵਿੱਚ ਉਹਨਾਂ ਦਾ ਰੋਲ ਜੋ ਬਣਦਾ ਉਹ ਨਹੀਂ ਹੋ ਰਿਹਾ। ਔਰ ਮੈਂ ਸਮਝਦਾ ਕਿ ਸਰਕਾਰ ਦੇ ਪੱਧਰ ਤੇ ਵੀ ਜਿਹੜੀ ਸਿਆਸੀ ਪੱਧਰ ਤੇ ਵੀ ਬਹੁਤ ਜ਼ਿਆਦਾ ਜਾਣਕਾਰੀ ਦੀ ਘਾਟ ਹੈ। ਇਹ ਜਿਹੜੇ ਭਰਮ ਨੇ ਕਿ ਸਿੱਖਿਆ ਅੰਗਰੇਜ਼ੀ ਨਾਲ ਵਿਗਿਆਨ ਦੀ ਸਿੱਖਿਆ ਬਿਹਤਰ ਹੋਏਗੀ, ਤਕਨੀਕ ਬਿਹਤਰ ਆਵੇਗੀ, ਜਾਂ ਸੇ ਅੰਗਰੇਜ਼ੀ ਪੜ੍ਹਨ ਨਾਲ ਤੁਹਾਡਾ ਕਾਰੋਬਾਰ ਵੱਧ ਜਾਊਗਾ, ਵਿਦੇਸ਼ੀ ਭਾਸ਼ਾ ਕਿਵੇਂ ਸਿੱਖੀ ਜਾਣੀ ਹੈ ਪਤਾ ਨਹੀਂ। ਤੇ ਇਹ ਭਰਮ ਹਰ ਪੱਧਰ ਤੇ ਨੇ, ਉੱਪਰਲੇ ਪੱਧਰ ਤੇ ਵੀ ਨੇ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਇਹ ਜਿਹੜਾ ਇਹਨਾਂ ਭਰਮਾਂ ਨੂੰ ਤੋੜਨਾ, ਔਰ ਤੁਸੀਂ ਇਹਦੇ ਵਿੱਚ ਜਿਹੜਾ ਰੋਲ ਅਦਾ ਕਰ ਰਿਹਾ ਤੁਹਾਡਾ ਚੈਨਲ, ਮੈਨੂੰ ਬਹੁਤ ਖੁਸ਼ੀ ਇਸ ਗੱਲ ਦੀ, ਔਰ ਮੈਂ ਇਸ ਗੱਲ ਦੀ ਵਧਾਈ ਦਿੰਦਾ ਕਿ ਇਹ ਜਿਹੜੀਆਂ ਹਕੀਕਤਾਂ ਨੇ, ਜਿਹੜੀਆਂ ਸੱਚਾਈਆਂ ਨੇ, ਜਿਹੜੇ ਤੱਥ ਨੇ, ਜਿਹੜੇ ਅੰਕੜੇ ਨੇ, ਸਿਆਣੀਆਂ ਦੀਆਂ ਗੱਲਾਂ ਨੇ, ਇਹਨੂੰ ਆਪਾਂ ਘਰ ਲੈ ਕੇ ਜਾਈਏ, ਚਾਹੇ ਉਹ ਸਿਆਸਤਦਾਨ ਹੋਣ, ਚਾਹੇ ਸਰਕਾਰਾਂ ਹੋਣ, ਚਾਹੇ ਆਮ ਸਧਾਰਨ ਲੋਕ ਹੋਣ, ਚਾਹੇ ਉਹਨਾਂ ਨੂੰ ਜਾਣਕਾਰੀ ਲੈ ਕੇ ਜਾਈ ਜਾਏ, ਤਾਂ ਕਿ ਅਸੀਂ ਸਹੀ ਜਿਹੜਾ ਆਪਣੇ ਫੈਸਲੇ ਭਾਸ਼ਾ ਦੇ ਬਾਰੇ ਲੈ ਸਕੀਏ, ਔਰ ਜਿਹੜੇ ਸਾਡੇ ਵੱਡੇ ਨੁਕਸਾਨ ਹੋ ਰਹੇ ਨੇ ਉਹਨਾਂ ਤੋਂ ਬਚ ਸਕੀਏ। ਡਾਕਟਰ ਸਾਹਿਬ ਥੋੜ੍ਹਾ ਤੇ ਹੋਰ ਉੱਥੇ ਰੁਕਣਾ ਚਾਹਾਂਗਾ। ਇੱਕ ਸਟੇਟਸ ਸ਼ਬਦ ਵਰਤਿਆ ਜਾਂਦਾ ਹੈ ਅੱਜ ਦੇ ਨੌਜਵਾਨ ਵੱਲੋਂ ਵੀ ਜਿਹੜਾ ਦੂਜੇ ਭਾਸ਼ਾਵਾਂ 'ਚ ਗੱਲ ਕਰੇਗਾ ਮਾਂ ਬੋਲੀ ਛੱਡ ਕੇ, ਇੱਕ ਸਟੇਟਸ ਉਹਦਾ ਕਾਇਮ ਹੋ ਜਾਵੇਗਾ। ਉਹ ਸਟੇਟਸ ਮਾਂ ਬੋਲੀ 'ਚ ਕਾਇਮ ਨਹੀਂ ਹੋ ਸਕਦਾ। ਬਿਲਕੁਲ ਹੋ ਸਕਦਾ। ਸਟੇਟਸ ਤੁਹਾਡਾ ਮਾਂ ਬੋਲੀ ਨਾਲ ਹੀ ਕਾਇਮ ਹੋ ਸਕਦਾ। ਜਦੋਂ ਤੁਸੀਂ ਗੱਲ ਹੀ ਨਹੀਂ ਕਾਮਯਾਬੀ ਨਾਲ ਜਿਸ ਭਾਸ਼ਾ 'ਚ ਕਰ ਸਕਦੇ, ਉਹਦੇ ਨਾਲ ਤੁਹਾਡਾ ਸਟੇਟਸ ਕੀ ਬਣੇਗਾ? ਤੁਸੀਂ ਆਪਣੀ ਗੱਲ ਕਾਮਯਾਬੀ ਨਾਲ ਗੱਲ, ਵਧੀਆ ਢੰਗ ਨਾਲ ਗੱਲ ਜਿਹੜੀ ਹੈ, ਭਾਵੇਂ ਦੂਜੀ ਭਾਸ਼ਾ ਤੁਹਾਨੂੰ ਕਿੰਨੀ ਵੀ ਆਉਂਦੀ ਹੋਵੇ, ਆਪਣੀ ਮਾਂ ਬੋਲੀ ਵਾਂਗ ਜਿਵੇਂ ਕਰ ਸਕਦੇ ਹੋ ਨਹੀਂ ਉਸ ਜਿਹੜਾ ਸਟੇਟਸ ਦਾ ਮਾਮਲਾ ਹੈ, ਵੇਖੋ ਕਿਵੇਂ ਬਣਦਾ ਸਟੇਟਸ ਇਸ ਤਰ੍ਹਾਂ ਬਣਦਾ ਜਦੋਂ ਜਿਹੜੀਆਂ ਵਿਕਾਰ ਵਾਲੀਆਂ ਥਾਵਾਂ ਨੇ, ਜਿਹੜੀਆਂ ਉੱਚੇ ਰੁਤਬੇ ਵਾਲੀਆਂ ਥਾਵਾਂ ਨੇ, ਜਿਵੇਂ ਸਾਡੇ ਇੱਥੇ IAS ਦੇ ਅਫਸਰ ਨੇ, ਪ੍ਰੋਫੈਸਰ ਨੇ, ਜਾਂ ਉੱਚੀਆਂ ਵਿਕਾਰ ਵਾਲੀਆਂ ਜਿੱਥੇ ਚੰਗੀਆਂ ਤਨਖਾਹਾਂ ਮਿਲਦੀਆਂ ਨੇ, ਚੰਗੀਆਂ ਸਹੂਲਤਾਂ ਨੇ,
ਉਹ ਜਿਸ ਭਾਸ਼ਾ ਨਾਲ ਹਾਸਲ ਹੁੰਦੀਆਂ ਨੇ ਉਹਦਾ ਸਟੇਟਸ ਹੋ ਜਾਏਗਾ। ਬਿਲਕੁਲ ਜੇ ਸਾਡੇ ਹਿੰਦੁਸਤਾਨ ਦੇ ਵਿੱਚ ਆਈਐਸ ਦਾ ਇਮਤਿਹਾਨ ਜਿਹੜੇ ਨੇ ਉਹ ਪੰਜਾਬੀ ਗੁਜਰਾਤੀ ਰਾਜਸਥਾਨੀ ਸਾਰਿਆਂ 'ਚ ਹੋ ਜਾਣ ਔਰ ਲੋਕ ਆਪਣੀਆਂ ਮਾਤ ਭਾਸ਼ਾਵਾਂ ਦੇ ਰਾਹੀਂ ਆਈਐਸ ਬਣ ਜਾਣ ਤਾਂ ਆਈਏ ਆਪੇ ਆਪਣੇ ਸਾਡੀਆਂ ਭਾਸ਼ਾਵਾਂ ਦਾ ਸਟੇਟਸ ਕੁਝ ਬਣ ਜਾਏਗਾ ਔਰ ਕੁਝ ਹੋਇਆ ਵੀ ਹੈ। ਹੁਣ ਅੱਜ ਤੁਹਾਨੂੰ ਪਤਾ ਹੈ 79 ਤੋਂ ਪਹਿਲਾਂ ਸਾਰੇ ਸਾਡੇ ਜਿਹੜੇ ਯੂਪੀਐਸਸੀ ਦੇ ਇਮਤਿਹਾਨ ਨੇ ਉਹ ਅੰਗਰੇਜ਼ੀ 'ਚ ਹੁੰਦੇ ਸੀ ਔਰ ਉਸ ਤੋਂ ਬਾਅਦ ਜਿਹੜਾ ਮੇਨ ਹੈ ਉਹ ਹੁਣ ਜਿਹੜੀਆਂ ਸਾਡੀਆਂ ਸ਼ਡਿਊਲ ਲੈਂਗੁਏਜਿਸ ਨੇ ਅਨੁਸੂਚਿਤ ਭਾਸ਼ਾਵਾਂ ਨੇ ਉਹਨਾਂ 'ਚ ਵੀ ਹੁੰਦਾ ਔਰ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਆਏ ਨੇ ਆਪਣੀਆਂ ਭਾਸ਼ਾਵਾਂ ਦੇ ਰਾਹੀਂ ਆਏ ਨੇ ਔਰ ਉਹ ਆਪਣੀ ਲੋਕਾਂ ਦੀ ਸੇਵਾ ਵੀ ਚੰਗੀ ਕਰ ਸਕਦੇ ਨੇ। ਜੇ ਸਾਡਾ ਕੋਈ ਡੀਸੀ ਹੈ ਜਾਂ ਅਫਸਰ ਹੈ ਜੋ ਆਪਣੇ ਲੋਕਾਂ ਨਾਲ ਗੱਲ ਹੀ ਨਹੀਂ ਕਰ ਸਕਦਾ, ਉਹਨਾਂ ਦੀ ਭਾਸ਼ਾ ਹੀ ਚੰਗੀ ਤਰ੍ਹਾਂ ਨਹੀਂ ਜਾਣਦਾ ਤਾਂ ਉਹਨਾਂ ਦੀ ਸੇਵਾ ਵੀ ਕਿਵੇਂ ਕਰ ਸਕੇ, ਪ੍ਰਸ਼ਾਸਨ ਨੂੰ ਵੀ ਠੀਕ ਤਰ੍ਹਾਂ ਕਿਵੇਂ ਚਲਾ ਸਕੇ। ਇਸ ਕਰਕੇ ਜਦੋਂ ਅਸੀਂ ਆਪਣੀਆਂ ਮਾਂ ਬੋਲੀਆਂ ਨੂੰ ਸਾਰੀਆਂ ਪਦਵੀਆਂ ਉੱਚੀਆਂ ਪਦਵੀਆਂ ਵਾਲੀਆਂ ਥਾਵਾਂ ਦੀਆਂ ਭਾਸ਼ਾਵਾਂ ਬਣਾਵਾਂਗੇ, ਸਾਡੀ ਕਾਲਜਾਂ ਦੀ ਸਾਡੀ ਵਿਗਿਆਨ ਦੀ ਹਰ ਤਰ੍ਹਾਂ ਦੀ ਸਿੱਖਿਆ ਪੰਜਾਬੀ 'ਚ ਹੋਵੇਗੀ, ਪੰਜਾਬੀ ਦਾ ਆਪੇ ਸਟੇਟਸ ਉੱਚਾ ਹੋ ਜਾਏਗਾ ਔਰ ਲੋਕ ਪੰਜਾਬੀ ਬੋਲ ਕੇ ਫਖਰ ਮਹਿਸੂਸ ਕਰਨਗੇ। ਬਿਲਕੁਲ ਡਾਕਟਰ ਸਾਹਿਬ, ਅੱਜ ਸਮਾਂ ਸਾਨੂੰ ਆਗਿਆ ਨਹੀਂ ਦੇ ਰਿਹਾ, ਅਸੀਂ ਸ਼ੋਅ ਨੂੰ ਅੱਗੇ ਤੋਰੀਏ, ਪਰੰਤੂ ਮੈਂ ਆਪਣੇ ਦੋਸਤਾਂ ਨੂੰ ਦੱਸ ਦੇਵਾਂ ਦੋਸਤੋ ਇਸ ਐਪੀਸੋਡ ਨੂੰ ਆਪਾਂ ਅਗਲੇ ਹਫਤੇ ਵੀ ਇਸੇ ਤਰ੍ਹਾਂ ਤੋਰਾਂਗੇ। ਤੇ ਡਾਕਟਰ ਸਾਹਿਬ ਆਪਾਂ ਹੁਣ ਇੱਥੇ ਸਮਾਪਤੀ ਕਰਦੇ ਹਾਂ। ਬਹੁਤ ਮਿਹਰਬਾਨੀ ਜੀ, ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ੍ਰੀ ਅਕਾਲ। ਪਰ ਮੈਂ ਡਾਕਟਰ ਸਾਹਿਬ ਤੁਹਾਨੂੰ ਜਾਣਦੇ ਬੇਨਤੀ ਕਰਾਂਗਾ, ਅੱਜ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਸੁਨੇਹਾ ਦੇਣਾ ਚਾਹੂੰਗਾ ਕਿ ਹਕੀਕਤਾਂ ਨੂੰ ਜਾਣੀਏ। ਇਹ ਜਿਹੜੇ ਭਾਸ਼ਾ ਦੇ ਬਾਰੇ, ਸਿੱਖਿਆ ਦੇ ਬਾਰੇ, ਪ੍ਰਸ਼ਾਸਨ ਬਾਰੇ, ਅੰਤਰਰਾਸ਼ਟਰੀ ਸਥਿਤੀ ਬਾਰੇ ਭਾਸ਼ਾ ਨਾਲ ਸੰਬੰਧਿਤ ਭਰਮ ਬਣੇ ਹੋਏ ਨੇ। ਮੈਂ ਇਹ ਨਹੀਂ ਕਹਿੰਦਾ ਕਿ ਜੋ ਡਾਕਟਰ ਜੋਗਾ ਸਿੰਘ ਕਹਿ ਰਿਹਾ ਤੁਸੀਂ ਉਹਨੂੰ ਸੱਚ ਮੰਨੋ। ਮੈਂ ਕਹਿੰਦਾ ਕਿ ਜਾਣਕਾਰੀ ਹਾਸਲ ਕਰੋ, ਸੱਚਾਈ ਕੀ ਹੈ, ਹਕੀਕਤ ਕੀ ਹੈ, ਸਿੱਖਿਆ 'ਚ ਕਿਹੜੇ ਦੇਸ਼ ਅੱਗੇ ਨੇ, ਕਾਰੋਬਾਰ 'ਚ ਕਿਹੜੇ ਦੇਸ਼ ਅੱਗੇ ਨੇ ਔਰ ਪ੍ਰਸ਼ਾਸਨ 'ਚ ਚੰਗਾ ਕਿਹੜੇ ਦੇਸ਼ਾਂ ਦਾ ਔਰ ਉਹ ਕੀ ਕਰ ਰਹੇ ਨੇ, ਉਹ ਆਪਣੀ ਮਾਤ ਭਾਸ਼ਾ 'ਚ ਸਿੱਖਿਆ ਦੇ ਰਹੇ ਨੇ ਜਾਂ ਦੂਜੀ ਭਾਸ਼ਾ 'ਚ ਦੇ ਰਹੇ ਨੇ। ਇਸ ਕਰਕੇ ਸੱਚਾਈ ਨੂੰ ਆਪਾਂ ਜਾਣੀਏ ਔਰ ਤੱਥਾਂ ਤੇ ਆંકੜਿਆਂ ਦਾ ਫੈਸਲਾ ਕਰੀਏ, ਆਪਣੇ ਭਰਮਾਂ 'ਚੋਂ ਨਿਕਲੀਏ ਭਰਮ ਦੇ ਆਧਾਰ ਤੇ, ਕਿਉਂਕਿ ਭਾਸ਼ਾ ਦਾ ਮਾਮਲਾ ਬਹੁਤ ਗੰਭੀਰ ਮਾਮਲਾ। ਜੇ ਇਹਦੇ ਬਾਰੇ ਅਸੀਂ ਆਪਣੇ ਭਰਮਾਂ ਦੇ ਆਧਾਰ ਦੇ ਉੱਤੇ ਕੋਈ ਫੈਸਲੇ ਲਵਾਂਗੇ ਤਾਂ ਸਾਡੇ ਪਹਿਲਾਂ ਹੀ ਬਹੁਤ ਵੱਡੇ ਨੁਕਸਾਨ ਹਿੰਦੁਸਤਾਨ ਦੇ ਵਿੱਚ ਹੋ ਚੁੱਕੇ ਨੇ ਔਰ ਹੋਰ ਵੀ ਜ਼ਿਆਦਾ ਹੋਣਗੇ ਜੇ ਅਸੀਂ ਹਕੀਕਤਾਂ ਨੂੰ ਨਹੀਂ ਜਾਣਦੇ ਔਰ ਉਹਦੇ ਮੁਤਾਬਕ ਆਪਣੀਆਂ ਨੀਤੀਆਂ ਨਹੀਂ ਕੱਢਦੇ ਤਾਂ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਸਾਂਝੀ ਸਾਡੇ ਅਤੀ ਸਤਿਕਾਰਯੋਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਜੋਗਾ ਸਿੰਘ ਜੀ, ਭਾਸ਼ਾ ਵਿਭਾਗ ਅਤੇ ਕੋਸ਼ਕਾਰੀ ਵਿਭਾਗ ਦੇ ਪ੍ਰੋਫੈਸਰ, ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਕੋੜੇ ਸੱਚ ਸਾਡੇ ਸਾਹਮਣੇ ਰੱਖੇ ਨੇ, ਕਿਵੇਂ ਉਹ ਮਾਂ ਬੋਲੀ ਨੂੰ ਆਪਣੇ ਜੀਵਨ ਦਾ ਅੰਗ ਬਣਾ ਕੇ ਮਾਂ ਬੋਲੀ ਦੀ ਪੰਜਾਬੀ ਭਾਸ਼ਾ ਦੀ ਸੇਵਾ ਕਰ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਬੱਚਿਆਂ ਨੂੰ ਜੋੜ ਰਹੇ ਨੇ ਤਾਂ ਜੋ ਆਪਣੀ ਬੋਲੀ ਵਿੱਚ ਗੱਲ ਕਰਕੇ ਅੱਜ ਦਾ ਇੱਕ ਅੱਛਾ ਸਮਾਜ ਸਿਰਜਿਆ ਜਾ ਸਕੇ। ਦੋਸਤੋ ਮੈਂ ਤੁਹਾਨੂੰ ਦੱਸ ਦੇਵਾਂ ਅਗਲੇ ਹਫਤੇ ਆਪਾਂ ਫਿਰ ਡਾਕਟਰ ਸਾਹਿਬ ਨਾਲ ਇਸੇ ਤਰ੍ਹਾਂ ਮੁਲਾਕਾਤ ਕਰਾਂਗੇ ਤੇ ਗੱਲ ਕਰਾਂਗੇ ਜਿਹੜੇ ਉੱਚੇ ਅਹੁਦੇ ਨੇ ਜਿਨ੍ਹਾਂ ਦੀ ਨੌਜਵਾਨ ਕਿਤੇ ਨਾ ਕਿਤੇ ਆਸ ਲਾ ਕੇ ਬੈਠਾ, ਉਹਨਾਂ ਅਹੁਦਿਆਂ ਨੂੰ ਕਿਵੇਂ ਆਪਣੀ ਬੋਲੀ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਅੱਜ ਦੇ ਸਮਾਜ ਵਿੱਚ ਆਪਣੀ ਮਾਂ ਬੋਲੀ ਨੂੰ ਵਰਤ ਕੇ ਆਪਣੀ ਮਾਂ ਬੋਲੀ ਵਿੱਚ ਗੱਲਬਾਤ ਕਰਕੇ ਕਿਵੇਂ ਆਪਣਾ ਸਟੇਟਸ ਕਾਇਮ ਰੱਖਿਆ ਜਾ ਸਕਦਾ ਹੈ। ਹੁਣ ਸਾਨੂੰ ਦਿਓ ਆਗਿਆ, ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਝ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਲੀਵ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਨ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।